ਅਮਰੀਕਾ ਦੇ ਵਿੱਚ ਇੱਕ ਵੱਡੀ ਤਰਾਸਦੀ ਵਾਪਰੀ ਹੈ। ਖੜੇ ਟਰੱਕ ਦੇ ਵਿੱਚੋਂ 46 ਜਣਿਆਂ ਦੀਆਂ ਲਾਸ਼ਾਂ ਮਿਲੀਆਂ ਨੇ। 4 ਬੱਚੇ ਜਿਉਂਦੀ ਹਾਲਤ ਵਿੱਚ ਵੀ ਮਿਲੇ ਨੇ। ਭੁੱਖ ਦੇ ਨਾਲ ਤੇ ਗਰਮੀ ਦੇ ਨਾਲ ਇਹਨਾਂ ਲੋਕਾਂ ਦੀ ਮੌਤ ਹੋ ਗਈ ਹੈ, ਜਿਹੜੇ ਆਪਣੀ ਚੰਗੀ ਜ਼ਿੰਦਗੀ ਜਿਉਣ ਦੇ ਲਈ ਅਮਰੀਕਾ ਗਲਤ ਰਾਹ ਦੇ ਰਾਹੀਂ ਜਾ ਰਹੇ ਸਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਕੁੜੀਆਂ ਨੇ ਫੇਰ ਬਾਜ਼ੀ ਮਾਰ ਲਈ ਹੈ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੱਜ ਚੌਥੇ ਦਿਨ ਲੀਡਰਾਂ ਨੇ ਇੱਕ ਦੂਸਰੇ ਦੇ ਉੱਤੇ ਕਈ ਵੱਡੇ ਇਲਜ਼ਾਮ ਲਾਏ ਨੇ, ਕਈ ਵੱਡੇ ਰਾਜ਼ ਖੁੱਲੇ ਨੇ। ਮਾਈਨਿੰਗ ਨੂੰ ਲੈ ਕੇ ਅਤੇ ਹੋਰ ਗੱਲਾਂ ਨੂੰ ਲੈ ਕੇ ਰਾਜ਼ ਖੁੱਲੇ ਨੇ ਅਤੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਅਸੀਂ ਤੁਹਾਨੂੰ ਇਸ ਬੁਲੇਟਿਨ ਦੇ ਵਿੱਚ ਸੁਣਾਵਾਂਗੇ। ਸਿੱਧੂ ਮੂਸੇਵਾਲਾ ਕਤਲकांड ਨੂੰ ਪੂਰਾ ਮਹੀਨਾ ਹੋ ਗਿਆ, ਪਰ ਹਾਲੇ ਤੱਕ ਪੁਲਿਸ ਦੇ ਹੱਥ ਉਸੇ ਤਰ੍ਹਾਂ ਖਾਲੀ ਦੇ ਖਾਲੀ ਨੇ। ਹਾਲੇ ਤੱਕ ਜਾਂਚ ਕਿਸੇ ਸਿਰੇ ਨਹੀਂ ਲੱਗੀ ਹੈ ਅਤੇ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲकांड ਦੀ ਕਹਾਣੀ ਹੈ ਹੌਲੀ-ਹੌਲੀ ਮੀਡੀਆ ਦੇ ਵਿੱਚੋਂ ਵੀ ਸ਼ਾਇਦ ਲੁਕਦੀ ਜਾਵੇਗੀ। ਤੇ ਮੂਸੇਵਾਲੇ ਦੇ SYL ਗਾਣੇ ਨੂੰ ਲੀਕ ਕਰਨ ਦੇ ਨਾਲ ਜੁੜੀ ਕਿਹੜੀ ਵੱਡੀ ਖਬਰ ਹੈ? ਗਰਮੀ ਤੋਂ ਛੇਤੀ ਤੁਹਾਨੂੰ ਸਭ ਨੂੰ, ਪੰਜਾਬੀਆਂ ਨੂੰ ਖਾਸ ਕਰਕੇ ਰਾਹਤ ਮਿਲ ਸਕਦੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹੜਾ ਝਟਕਾ ਦਿੱਤਾ ਹੈ? ਵਿਸਥਾਰ ਦੇ ਵਿੱਚ ਤੁਹਾਨੂੰ ਦੱਸਾਂਗੇ ਸਾਰੀਆਂ ਖਬਰਾਂ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਅੱਜ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਕਰਾਂਗੇ ਕੱਲ ਦੀ ਲੋਕ ਰਾਏ ਦੇ ਨਤੀਜੇ ਤੋਂ। ਕੱਲ ਦੀ ਲੋਕ ਰਾਏ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਾਲ ਦੇ ਬਜਟ ਵਿੱਚ ਸੂਬੇ ਦੀਆਂ ਔਰਤਾਂ ਲਈ 1000 ਰੁਪਏ ਮੁਫਤ ਦੇਣ ਬਾਰੇ ਕੋਈ ਐਲਾਨ ਨਹੀਂ ਕੀਤਾ। ਛੇਤੀ ਹੀ ਸਾਰੇ ਵਾਅਦੇ ਪੂਰੇ ਕਰਨ ਦਾ ਦਾਅਵਾ ਜ਼ਰੂਰ ਕੀਤਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹ ਸਕੀਮ ਔਰਤਾਂ ਦੇ ਲਈ ਠੀਕ ਹੈ ਕਿ 1000 ਰੁਪਏ ਮੁਫਤ ਦੇ ਮਿਲਣੇ ਚਾਹੀਦੇ ਨੇ? ਤਾਂ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੇ 88% ਦਰਸ਼ਕਾਂ ਨੇ ਕਿਹਾ ਕਿ ਨਹੀਂ ਮਿਲਣੇ ਚਾਹੀਦੇ, ਜਦਕਿ 12% ਦਰਸ਼ਕਾਂ ਨੂੰ ਇਹ ਸਕੀਮ ਚੰਗੀ ਲੱਗਦੀ ਹੈ। ਅੱਜ ਦੀ ਲੋਕ ਰਾਏ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਮਰਹੂਮ ਪੰਜਾਬੀ ਗਾਇਕ ਦੇ ਕਤਲ ਨੂੰ ਅੱਜ ਪੂਰਾ 1 ਮਹੀਨਾ ਹੋ ਗਿਆ, 31 ਦਿਨ ਹੋ ਗਏ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਪੁਲਿਸ ਜਾਂਚ ਦੇ ਸਿਰੇ ਤੱਕ ਪਹੁੰਚੂਗੀ? ਸਿੱਧੂ ਮੂਸੇਵਾਲੇ ਦੇ ਕਾਤਲ ਫੜੇ ਜਾਣਗੇ? ਤੁਹਾਨੂੰ ਕੀ ਆਸ ਹੈ? ਜੇ ਤੁਹਾਨੂੰ ਲੱਗਦਾ ਹੈ ਇਨਸਾਫ ਹੋਊਗਾ, ਯੈਸ ਜਾਂ ਹਾਂ ਲਿਖਿਓ। ਜੇ ਤੁਹਾਨੂੰ ਲੱਗਦਾ ਹੈ ਕਿ ਇਨਸਾਫ ਬਹੁਤ ਸਾਰੇ ਹੋਰ ਕੇਸਾਂ ਦੇ ਵਾਂਗ ਇਸੇ ਤਰ੍ਹਾਂ ਲਟਕਦਾ ਰਹੂਗਾ, ਨੋ ਜਾਂ ਨਾ ਲਿਖਿਓ। ਖਬਰਾਂ ਵਿਸਤਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ। ਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ। ਮੌਸਮ ਕਿਵੇਂ ਦਾ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਗਰਮੀ ਹੈ ਜਿਹੜੀ ਉਸਨੇ ਪਰੇਸ਼ਾਨ ਕਰ ਰੱਖਿਆ ਸਾਰਿਆਂ ਨੂੰ। ਸਾਰੇ ਮੁੜਕੋ ਮੁੜਕੀ ਹੋਏ ਰਹਿੰਦੇ ਨੇ, ਹਰ ਕੋਈ ਮੀਂਹ ਦੀ ਉਡੀਕ ਕਰ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਮੌਨਸੂਨ 30 ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਪੰਜਾਬ ਵਾਲਿਆਂ ਨੂੰ ਵੀ ਛੇਤੀ ਗਰਮੀ ਤੋਂ ਰਾਹਤ ਮਿਲੇਗੀ। ਅਗਲੇ 1-2 ਦਿਨਾਂ ਦੇ ਵਿੱਚ ਪੰਜਾਬ 'ਚ ਮੌਨਸੂਨ ਦਸਤਕ ਦੇ ਦੇਵੇਗੀ। ਗਰਮੀ ਤੋਂ ਕਾਫੀ ਜਿਹੜੀ ਰਾਹਤ ਹੈ ਇਸ ਮੀਂਹ ਦੇ ਨਾਲ ਮਿਲ ਸਕਦੀ ਹੈ। 6 ਜੁਲਾਈ ਤੱਕ ਮੌਨਸੂਨ ਸਾਰੇ ਦੇਸ਼ ਨੂੰ ਕਵਰ ਕਰ ਲਵੇਗਾ। ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਮੰਗਲਵਾਰ ਨੂੰ ਵੀ ਬੱਦਲਵਾਈ ਦੇਖੀ ਗਈ। ਜਲੰਧਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ। ਬੰਗੇ ਕਾਫੀ ਮੀਂਹ ਪੈਣ ਦੀ ਖਬਰ ਮਿਲੀ ਹੈ। ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ 28 ਜੂਨ ਨੂੰ ਉਪ ਹਿਮਾਲਿਅਨ, ਪੱਛਮੀ ਬੰਗਾਲ ਤੇ ਸਿੱਕਮ ਦੇ ਵਿੱਚ ਵੱਖ-ਵੱਖ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ, ਬਿਹਾਰ, ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਤੇ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਹੈ। ਤੇ ਹੁਣ ਬੁਲੇਟਿਨ ਦੇ ਵਿੱਚ ਅਸੀਂ ਪੰਜਾਬ ਦੀਆਂ ਹੋਰ ਖਬਰਾਂ ਦੱਸਣ ਤੋਂ ਪਹਿਲਾਂ ਤੁਹਾਨੂੰ ਅਮਰੀਕਾ ਤੋਂ ਇੱਕ ਵੱਡੀ ਤਰਾਸਦੀ ਦੀ ਖਬਰ ਦੱਸਾਂਗੇ। ਅਮਰੀਕਾ ਦੇ ਦੱਖਣ ਪੱਛਮੀ ਇਲਾਕੇ ਦੇ ਵਿੱਚ ਸੋਮਵਾਰ ਨੂੰ ਟ੍ਰੇਲਰ ਟਰੱਕ ਦੇ ਅੰਦਰ ਘੱਟੋ-ਘੱਟ 46 ਜਣੇ ਮਰੇ ਹੋਏ ਮਿਲੇ ਨੇ। 16 ਜਣਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ, ਜਿਹੜੇ ਕਿ ਬੇਹੋਸ਼ ਹਾਲਤ ਦੇ ਵਿੱਚ ਮਿਲੇ। ਘਟਨਾ ਪ੍ਰਵਾਸੀਆਂ ਦੀ ਤਸਕਰੀ ਦੇ ਨਾਲ ਜੁੜੀ ਹੋਣ ਦਾ ਸ਼ੱਕ ਹੈ। ਇੱਕ ਬਹੁਤ ਹੀ ਵੱਡੇ ਟਰੱਕ ਦੇ ਵਿੱਚ ਸਾਰੀਆਂ ਲਾਸ਼ਾਂ ਮਿਲੀਆਂ ਨੇ। ਸੂਤਰਾਂ ਮੁਤਾਬਿਕ ਇਹ ਮੌਤਾਂ ਗਰਮੀ ਕਾਰਨ ਹੋਈਆਂ ਲੱਗਦੀਆਂ ਨੇ। ਕਹਿਰ ਦੀ ਗਰਮੀ ਅਮਰੀਕਾ ਦੇ ਇਸ ਇਲਾਕੇ ਦੇ ਵਿੱਚ ਇਸ ਵਕਤ ਪੈ ਰਹੀ ਹੈ ਤੇ ਉੱਤੋਂ ਇਹ ਸਾਰੇ ਭੁੱਖੇ ਪਿਆਸੇ ਸਨ ਤੇ ਟਰੱਕ ਦੇ ਵਿੱਚ ਬੰਦ ਸਨ। ਇੱਕ ਸਥਾਨਕ ਮੀਡੀਆ ਅਦਾਰੇ ਦੇ ਮੁਤਾਬਿਕ ਕਰੀਬ 16 ਲੋਕਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਵੱਖ-ਵੱਖ ਸਿਹਤ ਕਾਰਨਾਂ ਕਰਕੇ ਹਸਪਤਾਲਾਂ 'ਚ ਲੈ ਗਏ। ਇਹਨਾਂ ਦੇ ਵਿੱਚ 4 ਬੱਚੇ ਵੀ ਸ਼ਾਮਿਲ ਨੇ। ਸੋਸ਼ਲ ਮੀਡੀਆ ਤੇ ਮਿਲ ਰਹੀਆਂ ਤਸਵੀਰਾਂ ਦੇ ਮੁਤਾਬਿਕ ਐਮਰਜੈਂਸੀ ਵਿਭਾਗ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਟਰੱਕ ਦੇ ਆਲੇ ਦੁਆਲੇ ਖੜੇ ਦੇਖੇ ਜਾ ਸਕਦੇ ਨੇ। ਸੈਨ ਐਂਟੋਨੀਓ ਦੇ ਫਾਇਰ ਵਿਭਾਗ ਦੇ ਮੁਖੀ ਚਾਰਲਸ ਹੁੱਡ ਦੇ ਮੁਤਾਬਿਕ ਟਰੱਕ ਵਿੱਚ AC ਵੀ ਨਹੀਂ ਸੀ, ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਸੀ। ਅਧਿਕਾਰੀਆਂ ਨੂੰ ਖੜੇ ਟਰੱਕ ਦੇ ਬਾਹਰ ਇੱਕ ਲਾਸ਼ ਦਿਖਾਈ ਦਿੱਤੀ। ਜਦੋਂ ਜਾ ਕੇ ਉਹਨਾਂ ਨੇ ਟਰੱਕ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਲਾਸ਼ਾਂ ਹੀ ਲਾਸ਼ਾਂ ਮਿਲੀਆਂ। ਕੁੱਲ 46 ਮ੍ਰਿਤਕ ਹਾਲਤ ਦੇ ਵਿੱਚ ਲੋਕ ਮਿਲੇ ਨੇ। ਕਿ ਸੈਟ TV ਚੈਨਲ ਦੇ ਮੁਤਾਬਿਕ ਇਹ ਟਰੱਕ ਰੇਲ ਦੀਆਂ ਪਟੜੀਆਂ ਦੇ ਨੇੜੇ ਸੈਨ ਐਂਟੋਨੀਓ ਦੇ ਦੱਖਣ ਪੱਛਮ ਵਾਲੇ ਪਾਸੇ ਵੱਲ ਮਿਲਿਆ।
न्यूयॉर्क टाइम्स की खबर के मुताबिक पुलिस ट्रक ड्राइवर की भाल कर रही है, जिहड़ा मौके तो गायब है। हालांकि इस घटना तो बाद 3 लोगों को हिरासत में लिया गया है, जिन्हां तो पुछगिछ की जा रही है। सैन एंटोनियो अमरीका ते मैक्सीको की सरहद तो तकरीबन 250 किलोमीटर की दूरी ते है। इस राह नूं कई वारी गैर कानूनी तरीके दे नाल अमरीका जाण दे लई वरतिया जांदा है। इस नूं डोंकी राह कहा जाता है। तुहानूं भी पता होना कि डोंकी राहीं किहड़े लोकां नूं किवें जिहड़ा हैगा विदेशां दे विच भेजिया जांदा है अते ज़्यादातर लोग ने जिहड़े राह दे विच ही अपणीआं जानां तो हत्थ धो बैठदे ने। गैर कानूनी तरीके दे नाल देश विच पहुंच रहे प्रवासियां नूं अक्सर ट्रक्कां दे राहीं इत्थों अमरीका भेजिया जाता है, अमरीका मैक्सीको की सरहद तो। मैक्सीको की विदेश मंत्री मार्केलो इब्राड के मुताबिक हस्पताल दे विच भर्ती 2 नागरिक ग्वाटेमाला के रहने वाले ने। टैक्सस के गवर्नर ग्रैग अबॉट ने अमरीकी राष्ट्रपति जो बाइडन नूं इन्हां मौतां दे लई जिम्मेदार दस्सिया सीधे तौर पर। उन्होंने कहा कि इस घटना के पिछे जो बाइडन दीआं ओपन बॉर्डर नीतियां जिम्मेदार ने ते लोग ने जिहड़े ओह बहुत ज़्यादा परेशानी की हालत विच रह रहे ने ते अपनी जानां गवा रहे ने। मैक्सीको के विदेश मंत्री मार्सेलो इबार्ड ने कहा है कि उन्होंने अधिकारी मौके ते पहुंचे ने। हाले तक पता नहीं लग्या मृतक किहड़े मुल्क तो ने। शहर के मेयर रोन नायरनबर्ग ने कहा है कि बहुत वड्डी त्रासदी है, जिहड़े लोग एक चंगी जिंदगी की भाल विच आए सन उन्हां दे नाल इह वड्डी घटना वापरी है ते मन्निया ही जा रहा है कि ज्यादातर मौतां गर्मी करके होईयां ने। सोमवार नूं जदों हादसा वापरिया है तां उस इलाके दे विच तापमान तकरीबन 40 डिग्री सी। एक दर्दनाक सच्चाई है कि मध्य अमरीका के देशों तो गरीबी अते हिंसा के हालातों तो बचण लई चंगी जिंदगी जिउण दी चाह विच बहुत सारे लोग बिना कागजां तो यानी कि गैर कानूनी तरीके दे नाल उत्तरी अमरीका जाण दी कोशिश करदे ने। इसलिए उह समगलरां नूं वड्डी रकम भी दिंदे ने। इस तो पहलां 2017 दे विच भी अजिहे हालातां दे विच 10 लोकां दीयां लाशां एक वाहन दे विचों मिलियां सी ते इह त्रासदी है जिहड़ी ओह इह नहीं कि ग्वाटेमाला मुल्क दे लोकां दे नाल वापरी है जां होर जिहड़े आस-पास दे इलाकिਆਂ ਦੇ ਲੋਕ ਨੇ ਮੁਲਕਾਂ ਦੇ ਲੋਕ ਨੇ ਉਹਨਾਂ ਨਾਲ ਹੀ ਵਾਪਰਦੀ ਹੈ। ਸਾਡੇ ਪੰਜਾਬ ਦੇ ਵਿੱਚੋਂ ਪਤਾ ਨਹੀਂ ਕਿੰਨੇ ਨੌਜਵਾਨ ਨੇ ਜਿਹੜੇ ਵਿਦੇਸ਼ ਜਾਣ ਦੀ ਚਾਹ ਵਿੱਚ ਇਸੇ ਤਰ੍ਹਾਂ ਰਾਹਾਂ ਦੇ ਵਿੱਚ ਹੀ ਮਰ ਮੁੱਕ ਗਏ, ਜਿਨ੍ਹਾਂ ਦੀਆਂ ਮਾਵਾਂ ਨੂੰ ਉਹ ਪੁੱਤ ਕਦੇ ਵੀ ਨਹੀਂ ਮਿਲਣੇ, ਜਿਹੜੇ ਰਾਹ ਦੇ ਵਿੱਚ ਜਾਂਦੇ ਬਰਫ਼ ਦੇ ਵਿੱਚ ਧਸ-ਧਸ ਕੇ ਮਰ ਗਏ, ਜੰਗਲਾਂ ਦੇ ਵਿੱਚ ਮਰ ਗਏ, ਜਾਂ ਫਿਰ ਜਿਹੜੇ ਲੁਟੇਰੇ ਸਮਗਲਰ ਹੁੰਦੇ ਨੇ ਮਨੁੱਖੀ ਤਸਕਰੀ ਕਰਦੇ ਨੇ, ਲੱਖਾਂ ਰੁਪਏ ਇਹਨਾਂ ਤੋਂ ਲੈ ਲੈਂਦੇ ਨੇ ਪਰ ਟਿਕਾਣੇ ਤੇ ਫੇਰ ਵੀ ਨਹੀਂ ਪਹੁੰਚਾਉਂਦੇ। ਉਹਨਾਂ ਦੀ ਸਦਕਾ ਇਹ ਜਿਹੜੇ ਲੋਕ ਨੇ ਆਪਣੀਆਂ ਜਾਨਾਂ ਗਵਾ ਜਾਂਦੇ ਨੇ ਘੱਟ ਜਾਣਕਾਰੀ ਹੋਣ ਦੇ ਕਾਰਨ, ਨਹੀਂ ਤਾਂ ਬਹੁਤ ਸਹੀ ਤਰੀਕੇ ਹੈਗੇ ਨੇ ਵਿਦੇਸ਼ਾਂ ਦੇ ਵਿੱਚ ਸੈੱਟ ਹੋਣ ਦੇ। ਸੋ ਇਹ ਬਹੁਤ ਵੱਡੀ ਤਰਾਸਦੀ ਹੈ ਜਿਹੜੀ ਉਹ ਵਾਪਰੀ ਹੈ। ਖਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ਦੇ ਨਾਲ ਜੁੜੀ ਹੋਈ ਹੈ। 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਨਤੀਜਾ 27 ਜੂਨ ਨੂੰ ਦੁਪਹਿਰੇ 3 ਵਜੇ ਆਉਣਾ ਸੀ, ਪਰ ਅਚਾਨਕ ਇਸ ਨੂੰ ਟਾਲ ਦਿੱਤਾ ਗਿਆ ਸੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨੇ ਜਾਣਕਾਰੀ ਦਿੱਤੀ ਹੈ ਕਿ ਬਾਅਦ ਦੁਪਹਿਰ 3:15 ਵਜੇ ਆਨਲਾਈਨ विधि के राही +2 का नतीजा ऐलान दिता गया है ते सारे जिहड़े +2 के विद्यार्थी ने अपना नतीजा ऑनलाइन देख सकते हैं। ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਿਤ ਵੈਬਸਾਈਟ ਹੈ ਉਸ ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਤੇ ਇਹਨਾਂ ਨਤੀਜਿਆਂ ਦੇ ਵਿੱਚ ਪਹਿਲਾ ਨੰਬਰ ਇੱਕ ਲੜਕੀ ਨੇ ਹੀ ਹਾਸਲ ਕੀਤਾ ਹੈ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਅਰਸ਼ਦੀਪ ਕੌਰ ਨੇ 500 ਦੇ ਵਿੱਚੋਂ 497 ਅੰਕ ਹਾਸਲ ਕਰਕੇ ਪੰਜਾਬ ਭਰ ਦੇ ਵਿੱਚੋਂ ਪਹਿਲਾ ਥਾਂ ਹਾਸਲ ਕੀਤਾ ਹੈ। ਤੇ +2 ਦੀ ਪ੍ਰੀਖਿਆ ਦੇ ਵਿੱਚ ਪਹਿਲੇ 3 ਸਥਾਨਾਂ ਤੇ ਐਤਕੀ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਤਿੰਨਾਂ ਦੇ ਪਾਸ ਫੀਸਦ ਨੇ ਜਿਹੜੇ 99.40% ਰਹੇ ਨੇ। ਲੁਧਿਆਣੇ ਦੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਪਹਿਲੇ ਨੰਬਰ ਤੇ ਰਹੀ ਹੈ। ਦੂਸਰੇ ਨੰਬਰ ਤੇ ਮਾਨਸਾ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਰਹੀ ਹੈ ਅਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਫਰੀਦਕੋਟ ਦੀ ਕੁਲਵਿੰਦਰ ਕੌਰ ਤੀਜੇ ਨੰਬਰ ਤੇ ਰਹੀ ਹੈ। ਜ਼ਿਲ੍ਹਾ ਪੱਧਰ ਤੇ ਪਠਾਨਕੋਟ ਨੇ ਟੌਪ ਕੀਤਾ ਹੈ। 3,01,700 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਪੇਪਰ ਦਿੱਤੇ ਸਨ ਤੇ ਪਾਸ ਫੀਸਦ ਐਤਕੀ 96.96% ਰਹੀ ਹੈ ਤੇ ਬਹੁਤ ਵਧੀਆ ਨਤੀਜਾ ਕਿਹਾ ਜਾ ਸਕਦਾ ਹੈ। ਹੁਣ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ। ਮੰਗਲਵਾਰ ਨੂੰ ਇਜਲਾਸ ਦਾ ਚੌਥਾ ਦਿਨ ਰਿਹਾ। ਇਜਲਾਸ ਦੇ ਵਿੱਚ ਸਭ ਤੋਂ ਵੱਧ ਦਿਲਚਸਪ ਰਹੀ ਤੇ ਸਭ ਤੋਂ ਵੱਧ ਗਰਮਾ ਗਰਮੀ ਵਾਲੀ ਜਿਹੜੀ ਤਕਰੀਰ ਰਹੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਜਾਨੀ ਕਿ ਸੱਤਾ ਧਿਰ ਦੇ ਵਿਧਾਇਕਾਂ ਮੰਤਰੀਆਂ ਦੇ ਨਾਲ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਲੀਡਰ ਨੇ ਬਹੁਤ ਹੀ ਤਨਦੇਹੀ ਦੇ ਨਾਲ ਹਿੱਸਾ ਲਿਆ ਔਰ ਸਦਨ ਦੇ ਵਿੱਚ
ਇਹ ਜਿਹੜੀ ਗਰਮਾ ਗਰਮੀ ਹੋਈ ਹੈ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਤੇ ਹੋਈ ਹੈ ਅਤੇ ਦੂਸਰੇ ਪਾਸੇ ਮੁਖਤਾਰ ਅੰਸਾਰੀ यूपी ਦੇ ਗੈਂਗਸਟਰ ਦਾ ਮੁੱਦਾ ਵੀ ਗੂੰਜਿਆ ਹੈ। ਲਾਰੈਂਸ ਬਿਸ਼ਨੋਈ ਦਾ ਨਾਂ ਵੀ ਮਾਫ ਕਰਨਾ ਸਦਨ ਦੇ ਵਿੱਚ ਗੂੰਜਿਆ ਹੈ। ਸਾਰੀ ਖਬਰ ਤੁਹਾਨੂੰ ਦੱਸਦੇ ਹਾਂ। ਉਸ ਤੋਂ ਪਹਿਲਾਂ ਦੱਸ ਦਿੰਦੇ ਹਾਂ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਅਹਿਮ ਜਿਹੜੀ ਕਾਰਵਾਈ ਹੋਈ ਹੈ ਕਿ ਸੀਐਮ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਸੁਰ ਮਿਲ ਗਏ। ਮੁੱਖ ਮੰਤਰੀ ਨੇ ਅਗਨੀਪਥ ਯੋਜਨਾ ਦੇ ਖਿਲਾਫ ਸਰਬ ਪਾਰਟੀ ਮਤਾ ਲਿਆਉਣ ਦਾ ਵਾਅਦਾ ਕੀਤਾ ਹੈ। ਚਰਚਾ ਦੌਰਾਨ ਕਾਂਗਰਸ ਦੇ ਵਿਧਾਇਕ ਦਲ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਅਗਨੀਪਥ ਯੋਜਨਾ ਦੇ ਖਿਲਾਫ ਸਰਬ ਪਾਰਟੀ ਮਤਾ ਲਿਆਉਣ ਦੀ ਮੰਗ ਕੀਤੀ ਸੀ। ਹਾਲਾਂਕਿ ਬੀਜੇਪੀ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਸ ਕਦਮ ਦਾ ਵਿਰੋਧ ਕੀਤਾ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੰਗ ਨੂੰ ਕਬੂਲ ਕਰ ਲਿਆ। ਪ੍ਰਤਾਪ ਸਿੰਘ ਬਾਜਵਾ ਦੀ ਮੰਗ ਨੂੰ ਕਬੂਲ ਕੀਤਾ, ਜਦਕਿ ਸ਼ਰਮਾ ਨੇ ਕਿਹਾ ਕਿ ਇਸ ਮੁੱਦੇ ਤੇ ਸਦਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂਕਿ ਜ਼ਾਹਿਰ ਤੌਰ ਤੇ ਉਹ ਬੀਜੇਪੀ ਦੇ ਐਮਐਲਏ ਨੇ ਅਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਵੀ ਨੇ ਤੇ ਬੀਜੇਪੀ ਦੀ ਸਰਕਾਰ ਹੀ ਅਗਨੀਪਥ ਯੋਜਨਾ ਲੈ ਕੇ ਆਈ ਹੈ। ਇਸ ਮਾਮਲੇ ਤੇ ਸਦਨ ਵਿੱਚ ਜ਼ੋਰਦਾਰ ਬਹਿਸ ਵੀ ਹੋਈ, ਪਰ ਮੁੱਖ ਮੰਤਰੀ ਨੇ ਆਖਿਰਕਾਰ ਇਸ ਨੂੰ ਮਨਜ਼ੂਰ ਕਰ ਲਿਆ ਅਤੇ ਉਹਨਾਂ ਨੇ ਕਿਹਾ ਕਿ ਜੇ ਹਾਊਸ ਰਾਜ਼ੀ ਹੈ ਤਾਂ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ। ਸਾਂਝਾ ਮਤਾ ਲਿਆਉਣ ਦੇ ਲਈ 30 ਤਰੀਕ ਰੱਖੀ ਗਈ ਹੈ। ਆਖਰੀ ਦਿਨ ਹੋਏਗਾ ਸੈਸ਼ਨ ਦਾ 30 ਜੂਨ ਨੂੰ ਤੇ ਉਸ ਦਿਨ ਇਹ ਮਤਾ ਲਿਆਂਦਾ ਜਾਊਗਾ। ਸਮਝ ਆ ਜੇ ਤੁਹਾਨੂੰ ਬਹੁਤ ਵਧੀਆ ਲੱਗੂਗਾ। ਤੇ ਹੁਣ ਆ ਲਿਆ ਅਗਨੀਪਥ, ਉਹ ਕਹਿੰਦੇ ਇਹ ਕੀ ਹੈ ਜੀ? ਇੱਕ ਵਾਰੀ ਕਹਿੰਦੇ ਸਮਝ ਆ ਜੇ ਤੁਹਾਨੂੰ ਬਹੁਤ ਵਧੀਆ ਲੱਗੂ। ਸਮਝ ਕੱਲੀ ਉਹਨਾਂ ਨੂੰ ਹੀ ਹੈ, ਅਸੀਂ ਸਾਰੇ ਸਮਝਦਾਰ ਨਹੀਂ ਹੈਗੇ। ਸੋ ਇਹੋ ਜਿਹੇ ਕਾਨੂੰਨ ਜਿਹੜੇ ਲੋਕਾਂ ਨੂੰ ਸਮਝ ਹੀ ਨਾ ਆਉਣ ਉਹ ਨਹੀਂ ਬਣਨੇ ਚਾਹੀਦੇ। ਉਹਨਾਂ ਵਿਰੁੱਧ ਦੇਸ਼ ਦੀ ਹਰੇਕ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਣਾ ਚਾਹੀਦਾ। ਮੈਂ ਤੁਹਾਡੇ ਨਾਲ ਸਹਿਮਤ ਹਾਂ। 4 ਸਾਲ ਦੀ ਟ੍ਰੇਨਿੰਗ ਦੇ ਅੰਦਰ ਹਰ ਸਾਲ 3 ਮਹੀਨੇ ਦੀ ਛੁੱਟੀ ਹੈ। ਉਹ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ +2 ਵੀ ਕਰਾਵਾਂਗੇ। +2 ਵੀ ਕਰਵਾਏਗੀ। +2 ਦੇ ਨਾਲ ਨਾਲ ਜਿਤਨੇ ਸਕਿੱਲ ਦੇ ਦੂਸਰੇ ਅਦਾਰੇ ਨੇ ਉਹਦੇ ਚ ਟ੍ਰੇਨਡ ਕਰੇਗੀ ਔਰ ਆਪਣੇ ਕੋਲੋਂ ਪੈਸਾ ਦੇਗੀ। ਮਾਤਾ ਪਿਤਾ ਦੀ ਜ਼ਿੰਮੇਵਾਰੀ ਨੂੰ ਸਰਕਾਰ ਚੁੱਕ ਰਹੀ ਹੈ ਔਰ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਸਮਾਪਤ ਹੋਏਗੀ 25% ਬੱਚੇ ਜਿਹੜੇ ਸਿੱਧਾ ਫੌਜ ਚ ਜਾਣਗੇ। ਉਹਦੇ ਇਲਾਵਾ ਜਿਹੜੇ ਅਲੱਗ-ਅਲੱਗ ਸਕਿੱਲ ਦੇ ਅਦਾਰੇ ਨੇ ਉਹਦੇ ਚ ਜਾਣਗੇ। ਨੇਵੀ ਉਹਨਾਂ ਨੂੰ ਅਲੱਗ ਲਏਗੀ। ਉਹਨਾਂ ਦੇ ਕੋਲ ਇੱਕ ਅਫਸਰ ਆਇਆ ਸਵਾਵਲੰਬੀ ਬਣਨ ਦਾ। ਮੈਨੂੰ ਦੱਸੋ 21 ਸਾਲ ਦਾ ਕਿਹੜਾ ਬੱਚਾ ਹੈ ਜਿਹਦੇ ਹੱਥ ਦੇ ਅੰਦਰ 47 ਲੱਖ ਰੁਪਏ ਆ ਜੇ? 7.8% ਤੋਂ 2.3% ਤੇ ਸਾਡੀ ਭਰਤੀ ਰਹਿ ਜਾਣੀ ਹੈ। ਫਿਰ ਸਾਰਾ ਵੱਡਾ ਚੈਲੰਜ ਸਰ ਇਸ ਟਾਈਮ ਜਿਹੜਾ ਇਟ ਇਜ਼ ਅਗੇਂਸਟ ਚਾਈਨਾ ਐਂਡ ਪਾਕਿਸਤਾਨ ਗੈਟਿੰਗ ਟੂਗੇਦਰ। ਅਸੀਂ ਕਦੀ ਤੁਸੀਂ ਮੈਨੂੰ ਦੱਸੋ ਠੇਕੇ ਦੇ ਸਿਪਾਹੀ ਜਿਹੜੇ ਨੇ ਇਹ ਲੜਾਈ ਲੜ ਸਕਦੇ ਨੇ ਜੀ? ਇਹ ਤਾਂ ਤੁਹਾਨੂੰ ਉਦੋਂ ਪਤਾ ਲੱਗਣਾ ਜਦੋਂ ਬਾਹਾਂ ਫਾਇਰ ਕਿਤੇ ਹੋਣਾ ਤੇ ਭੱਜਦੇ ਕਿਤੇ ਹੋਣਾ ਜੀ। ਇਹਨਾਂ ਬੂਟ ਲਾ ਕੇ ਭੱਜ ਪੈਣਾ। ਹੁਣ ਤੁਹਾਨੂੰ ਦੱਸਦੇ ਹਾਂ ਉਹ ਖਬਰ ਜਦੋਂ ਸਦਨ ਦੇ ਵਿੱਚ ਗਰਮਾ ਗਰਮੀ ਹੋਈ ਹੈ, ਜਦੋਂ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਹ ਕਹਿ ਦਿੱਤਾ ਕਿ ਸਾਨੂੰ ਕੋਈ ਡਰ ਨਹੀਂ ਕਾਕਾ, ਧਮਕਾਓ ਨਾ ਸਾਨੂੰ, 2-2 ਹੱਥ ਕਰ ਲਓ ਜੇ ਤੁਸੀਂ ਕਰਨੇ ਨੇ। 27 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ। 28 ਜੂਨ ਨੂੰ ਇਸ ਬਜਟ ਦੇ ਉੱਤੇ ਬਹਿਸ ਦਾ ਦਿਨ ਸੀ, ਪਰ ਬਹਿਸ ਤਾਂ ਬਜਟ ਤੇ ਹੋਣੀ ਸੀ, ਪਰ ਮਾਮਲਾ ਗੈਰ ਕਾਨੂੰਨੀ ਮਾਈਨਿੰਗ ਅਤੇ ਮੁਖਤਾਰ ਅੰਸਾਰੀ ਤੇ ਕਦੋਂ ਸ਼ਿਫਟ ਹੋ ਗਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਬਹੁਤ ਹੀ ਤਿੱਖੀ ਤੇ ਗਰਮ ਬਹਿਸ ਹੋਈ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਜਟ ਤੇ ਬੋਲਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਦੀ ਉਸ ਚੁਣੌਤੀ ਦਾ ਜਵਾਬ ਦਿੱਤਾ ਜਿਹਦੇ ਵਿੱਚ ਰਾਜਾ ਵੜਿੰਗ ਨੇ ਕਿਹਾ ਸੀ ਕਿ ਜੇ ਸਰਕਾਰ 20,000 ਕਰੋੜ ਮਾਈਨਿੰਗ ਤੋਂ ਕਮਾ ਕੇ ਵਿਖਾ ਦਿੰਦੀ ਹੈ ਤਾਂ ਉਹ ਸਦਨ ਦੇ ਵਿੱਚ ਆਉਣਾ ਛੱਡ ਦੇਣਗੇ। ਉਸ ਤੋਂ ਬਾਅਦ ਹਰਜੋਤ ਬੈਂਸ ਨੇ ਪਿਛਲੇ 20 ਸਾਲ ਦੇ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਬਸ ਫਿਰ ਕਿਸੇ ਵਿਧਾਨ ਸਭਾ ਦੇ ਅੰਦਰ ਕਾਂਗਰਸ ਦੇ ਵਿਧਾਇਕ ਸੁਖ ਸਰਕਾਰੀਆ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਸੁਖੀ ਰੰਧਾਵਾ ਇੱਕ ਪਾਸੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੀਤ ਹੇਅਰ ਹਰਜੋਤ ਬੈਂਸ ਦੇ ਨਾਲ ਬਹਿਸ ਦੇ ਵਿੱਚ ਸ਼ਾਮਿਲ ਹੋ ਗਏ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੀ ਉੱਠ ਖੜੇ ਹੋਏ। ਅਮਨ ਅਰੋੜਾ ਦੇ ਵੀ ਵਿੱਚ ਕੁੱਦੇ ਤੇ ਦੂਸਰੇ ਪਾਸੇ ਜਿਹੜੇ ਅਮਰਿੰਦਰ ਸਿੰਘ, ਰਾਜਾ ਵੜਿੰਗ ਉਹਨਾਂ ਨੇ ਵੀ ਜਵਾਬ ਦਿੱਤੇ, ਪਰ ਜ਼ਿਆਦਾ ਹਿੱਸਾ ਜਿਹੜਾ ਉਹ ਪ੍ਰਤਾਪ ਸਿੰਘ ਬਾਜਵਾ ਨੇ ਲਿਆ। ਹਾਲਾਂਕਿ ਅਰੁਣਾ ਚੌਧਰੀ ਕਾਂਗਰਸ ਵਿਧਾਇਕ ਨੇ ਵੀ ਇਸ ਮਸਲੇ ਤੇ ਆਪਣੇ ਵੱਲੋਂ ਕੁਛ ਨਾ ਕੁਛ ਬੋਲਣ ਦੀ ਕੋਸ਼ਿਸ਼ ਹੈ ਜਿਹੜੀ ਉਹ ਜ਼ਰੂਰ ਕੀਤੀ।
ਬਹਿਸ ਇੰਨੀ ਗਰਮਾ ਗਈ ਕਿ ਉਸ ਬਹਿਸ ਦੇ ਵਿੱਚ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਤੋਂ ਲੈ ਕੇ ਲਾਰੈਂਸ ਬਿਸ਼ਨੋਈ ਦੀ ਵੀ ਐਂਟਰੀ ਹੋ ਗਈ। ਇਲਜ਼ਾਮਾਂ ਤੋਂ ਬਾਅਦ ਅਸਤੀਫਿਆਂ ਦੀਆਂ ਚੁਣੌਤੀਆਂ ਵੀ ਸ਼ੁਰੂ ਹੋ ਗਈਆਂ। ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਉਹਨਾਂ ਦੇ ਵਿਧਾਇਕਾਂ ਨੂੰ ਧਮਕੀ ਨਾ ਦੇਣ ਦੀ ਚੇਤਾਵਨੀ ਦਿੱਤੀ ਤੇ ਦੋ ਹੱਥ ਕਰਨ ਦੇ ਲਈ ਵੀ ਕਹਿ ਦਿੱਤਾ। ਇਹ ਸਾਰੀ ਜਿਹੜੀ ਬਹਿਸਬਾਜ਼ੀ ਅੰਦਰ ਦੀ ਉਹ ਸਾਰੀ ਤੁਹਾਨੂੰ ਸੁਣਾਉਣੇ ਆ, ਪਰ ਥੋੜਾ ਜਿਹਾ ਬਰੀਫ ਦੇ ਵਿੱਚ ਜ਼ਰੂਰ ਦੱਸ ਦਿੰਨੇ ਆ ਕਿ ਜਦੋਂ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਗੈਰ ਕਾਨੂੰਨੀ ਮਾਈਨਿੰਗ ਦਾ 20 ਸਾਲ ਦਾ ਅੰਕੜਾ ਪੇਸ਼ ਕੀਤਾ ਤਾਂ ਦਾਅਵਾ ਕੀਤਾ ਕਿ 2 ਦਹਾਕਿਆਂ ਦੇ ਵਿੱਚ ਸਿਰਫ 1083 ਕਰੋੜ ਮਾਈਨਿੰਗ ਤੋਂ ਆਇਆ ਹੈ। ਇਹਨਾਂ 2 ਦਹਾਕਿਆਂ ਦੇ ਵਿੱਚ 40,000 ਕਰੋੜ ਦੀ ਲੁੱਟ ਹੋਈ ਹੈ, ਜਦਕਿ 7,000 ਕਰੋੜ ਸਿਰਫ ਪਿਛਲੇ 5 ਸਾਲਾਂ ਦੇ ਵਿੱਚ ਲੁੱਟ ਹੋਈ ਹੈ। ਸਾਬਕਾ ਮੰਤਰੀ ਸੁਖ ਸਰਕਾਰੀਆ ਨੇ ਪੁੱਛਿਆ ਕਿ ਸਰਕਾਰ ਦੱਸੇ 20,000 ਕਰੋੜ ਕਿੱਥੋਂ ਲੈ ਕੇ ਆਏਗੀ। ਸੁਖ ਸਰਕਾਰੀਆ ਦਾ ਜਿਹੜਾ ਅੰਦਾਜ਼ ਸੀ ਜਵਾਬ ਦੇਣ ਵਾਲਾ ਉਹ ਥੋੜਾ ਮਜ਼ਾਕੀਆ ਲਹਿਜੇ ਵਾਲਾ ਵੀ ਸੀ। ਸਾਰਿਆਂ ਸਦਨ ਦੇ ਵਿੱਚ ਹਾਸਾ ਠੱਠਾ ਵੀ ਪੈਂਦਾ ਰਿਹਾ। ਸੁਖ ਸਰਕਾਰੀਆ ਕਹਿੰਦੇ ਸੀ ਕਿ ਸਾਡੇ ਸਿਰ ਤੇ ਤੁਸੀਂ ਆ ਕੇ ਚੜ ਜਾਂਦੇ ਹੋ, ਪਹਿਲਾਂ ਤੁਸੀਂ ਕਮਾਈ ਤਾਂ ਕਰਕੇ ਦਿਖਾਓ, ਫਿਰ ਅਸੀਂ ਸਾਰੇ ਜਵਾਬ ਦੇ ਦਾਂਗੇ। ਉਸ ਤੇ ਮੰਤਰੀ ਕੁਲਦੀਪ ਢਾਲੀਵਾਲ ਤੇ ਮੀਥੇਰ ਨੇ ਸਰਕਾਰੀਆ ਨੂੰ ਘੇਰ ਲਿਆ, ਜਿਸ ਤੋਂ ਬਾਅਦ ਸਪੀਕਰ ਨੇ ਦੋਵਾਂ ਮੰਤਰੀਆਂ ਨੂੰ ਬੈਠਣ ਦੀ ਹਦਾਇਤ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਗਿਣਤੀ ਘੱਟ ਹੈ, ਇਸ ਲਈ ਸਾਡੇ ਵਿਧਾਇਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੰਜ ਕੱਸਦੇ ਹੋਏ ਕਿਹਾ ਕਿ ਸਾਨੂੰ ਕੋਈ ਡਰ ਨਹੀਂ ਕਾਕਾ, ਸਾਨੂੰ ਧਮਕਾਓ ਨਾ। ਸਪੀਕਰ ਕੁਲਤਾਰ ਸੰਧਵਾ ਨੇ ਮਾਮਲਾ ਗਰਮਾਉਂਦਾ ਵੇਖ ਕੇ ਪ੍ਰਤਾਪ ਬਾਜਵਾ ਨੂੰ ਸ਼ਾਂਤ ਕਰਵਾਉਣ ਲਈ ਕਿਹਾ ਕਿ ਕਿਸੇ ਨੂੰ ਇੱਥੇ ਕੋਈ ਨਾ ਧਮਕਾ ਸਕਦਾ, ਨਾ ਹੀ ਧਮਕਾ ਰਿਹਾ ਹੈ। ਬੋਲਣ ਦੀ ਇਜਾਜ਼ਤ ਸਭ ਨੂੰ ਦਿੱਤੀ ਜਾ ਰਹੀ ਹੈ। ਉਸ ਤੋਂ ਬਾਅਦ ਹਰਜੋਤ ਬੈਂਸ ਨੇ ਬੋਲਣਾ ਸ਼ੁਰੂ ਕੀਤਾ। ਮੰਤਰੀ ਨੇ ਤਾਂ ਕਾਂਗਰਸ ਸਰਕਾਰ ਵੇਲੇ ਪੰਜਾਬ ਦੀ ਜੇਲ੍ਹ 'ਚ ਬੰਦ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਮਿਲੀ VIP ਸਹੂਲਤ ਦਾ ਮੁੱਦਾ ਗਰਮਾ ਗਿਆ। ਪ੍ਰਤਾਪ ਬਾਜਵਾ ਨੇ ਲਾਰੈਂਸ ਬਿਸ਼ਨੋਈ ਨੂੰ ਅੰਸਾਰੀ ਦੇ ਸਾਹਮਣੇ ਖੜੇ ਕਰਕੇ ਵੱਡੀ ਚੁਣੌਤੀ ਦੇ ਦਿੱਤੀ। ਸੋ ਪਹਿਲਾਂ ਮਾਈਨਿੰਗ ਵਾਲੇ ਮੁੱਦੇ ਤੇ ਕੀ ਕੁਝ ਹੰਗਾਮਾ ਹੋਇਆ ਉਹ ਤੁਹਾਨੂੰ ਸੁਣਾਉਂਦੇ ਆ। ਉਸ ਤੋਂ ਬਾਅਦ ਮੁਖਤਾਰ ਅੰਸਾਰੀ ਤੇ ਕੌਣ ਕੀ ਕੁਝ ਬੋਲਿਆ ਹੈ ਉਹ ਸਾਰਾ ਤੁਹਾਨੂੰ ਸੁਣਾਉਂਦੇ ਆ। ਰਾਜਾ ਵੜਿੰਗ ਜੀ ਨੇ ਬਹੁਤ ਵੱਡੀ ਸਟੇਟਮੈਂਟ ਦਿੱਤੀ। ਮੇਰੇ ਵੱਡੇ ਭਾਈ ਆ, ਮੈਂ ਸਤਿਕਾਰ ਕਰਦਾ ਚੰਗੇ ਰਾਜਨੇਤਾ ਨੇ। ਇਹ ਕਹਿੰਦੇ ਜੇ ਅਗਰ ਇਹ 20,000 ਕਰੋੜ ਇਕੱਠਾ ਕਰ ਦੇਣਗੇ ਤਾਂ ਮੈਂ ਕਦੀ ਸਦਨ 'ਚ ਨਹੀਂ ਵੜੂੰਗਾ। ਠੀਕ ਹੈ ਬਾਈ ਜੀ, ਪਰ ਮੇਰੀ ਤੁਹਾਨੂੰ ਬੇਨਤੀ ਹੈ ਜੀ, ਮੈਂ ਕੁਝ ਇਹ ਦੱਸਣਾ ਚਾਹੁੰਦਾ ਤੁਹਾਨੂੰ ਅੰਕੜੇ। ਪਿਛਲੇ 20 ਸਾਲਾਂ ਦੇ ਵਿੱਚ ਜੋ ਮਾਈਨਿੰਗ 'ਚੋਂ ਰੈਵਨਿਊ ਇਕੱਠਾ ਹੋਇਆ 2002-03 'ਚ 7 ਕਰੋੜ, 2003-04 'ਚ 11 ਕਰੋੜ, ਸਿਰਫ 1083 ਕਰੋੜ ਮਾਈਨਿੰਗ 'ਚੋਂ ਆਇਆ। ਪਿਛਲੇ 5 ਸਾਲਾਂ ਦੇ ਵਿੱਚ 7,000 ਕਰੋੜ ਦੀ ਲੁੱਟ ਤੁਹਾਡੀ ਸਰਕਾਰ ਨੇ ਕੀਤੀ ਹੈ। ਹਾਊਸ ਛੱਡੂਗੇ ਕਿ ਨਹੀਂ ਛੱਡੂਗੇ? 7,000 ਬਹਿ ਜਾਓ, ਹੁਣ ਮੇਰੇ ਸੁਣ ਲੈਣ ਦਿਓ ਜੀ, ਆ ਦਸਤਾਵੇਜ਼ ਲੈ ਕੇ ਆਇਆ। ਹੋਈ ਹੋਣੀ ਹੈ ਲੁੱਟ, ਹੋਈ ਹੋਣੀ ਹੈ, ਮੈਂ ਇਸ ਗੱਲ ਨੂੰ ਇਨਕਾਰ ਨਹੀਂ ਕਰਦਾ, ਹੋਈ ਹੋਣੀ ਹੈ। ਲੇਕਿਨ ਮੈਂ ਜੋ ਗੱਲ ਕਹੀ ਸੀ 20,000 ਕਰੋੜ ਰੁਪਇਆ ਰੇਤੇ ਚੋਂ ਆਮਦਨ ਲੈ ਕੇ ਆਵਾਂਗੇ। ਜਿਹੜੀ ਲੁੱਟ ਹੋਈ ਹੈ ਪਹਿਲਾਂ ਇਹ ਲੈ ਕੇ ਆਉਣ 20,000 ਕਰੋੜ ਰੁਪਇਆ। ਮੈਂ ਇਹ ਕਿਹਾ ਮੈਂ ਸਦਨ ਦੇ ਵਿੱਚ ਨਹੀਂ ਆਵਾਂਗਾ ਜੇ 20,000 ਕਰੋੜ ਰੁਪਏ ਦਾ ਇਹਨਾਂ ਨੇ ਰੈਵਨਿਊ ਆ ਗਿਆ ਤਾਂ ਨਹੀਂ ਆਵਾਂਗਾ। ਉਹ ਗੱਲ ਨੂੰ ਕਿਧਰੇ ਪਾਸੇ ਲੈ ਗਏ। ਠੀਕ। ਸੋ ਇਹ ਤਾਂ ਤੁਸੀਂ ਮਾਈਨਿੰਗ ਤੇ ਸੁਣ ਲਿਆ ਕਿ ਕੀ ਕੁਝ ਅੰਦਰ ਹੋਇਆ ਹੈ ਸਦਨ ਦੇ ਵਿੱਚ, ਕਿਹਨੇ ਕਿਹਨੂੰ ਕੀ ਕਿਹਾ ਹੈ। ਸੋ ਮਾਈਨਿੰਗ ਤੇ ਬੋਲਦੇ ਹੋਏ ਇਲਜ਼ਾਮ ਲਾਇਆ ਮੰਤਰੀ ਹਰਜੋਤ ਬੈਂਸ ਨੇ ਕਿ ਕਾਂਗਰਸ ਸਰਕਾਰ ਆਪਣੇ ਵੇਲੇ ਗੈਰ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਸਕੀ, ਪਰ ਯੂਪੀ ਦੇ ਗੈਂਗਸਟਰ ਨੂੰ ਬਚਾਉਣ ਦੇ ਲਈ ਇਹਨਾਂ ਨੇ ਕਰੋੜਾਂ ਰੁਪਏ ਖਰਚ ਦਿੱਤੇ। ਬੈਂਸ ਨੇ ਇਲਜ਼ਾਮ ਲਾਇਆ ਕਿ ਮੁਖਤਾਰ ਅੰਸਾਰੀ ਦੇ ਖਿਲਾਫ ਝੂਠੀ FIR ਦਰਜ ਕਰਕੇ ਉਸਨੂੰ ਰੋਪੜ ਦੀ ਜੇਲ੍ਹ ਵਿੱਚ ਰੱਖਿਆ ਗਿਆ, ਉਸਨੂੰ VIP ਸਹੂਲਤਾਂ ਦਿੱਤੀਆਂ ਗਈਆਂ। ਅੰਸਾਰੀ ਨੇ ਇੱਕ ਵਾਰ ਵੀ ਜ਼ਮਾਨਤ ਲਈ ਅਰਜ਼ੀ ਨਹੀਂ ਪਾਈ। ਯੂਪੀ ਸਰਕਾਰ ਨੇ ਅੰਸਾਰੀ ਦੇ ਪ੍ਰੋਡਕਸ਼ਨ ਵਾਰੰਟ ਲਈ 25 ਵਾਰੀ ਅਰਜ਼ੀ ਭੇਜੀ, ਪਰ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਬੈਂਸ ਨੇ ਇੱਥੋਂ ਤੱਕ ਇਲਜ਼ਾਮ ਲਾਏ ਨੇ ਕਿ ਮੁਖਤਾਰ ਅੰਸਾਰੀ VIP ਸਹੂਲਤਾਂ ਦੇ ਨਾਲ-ਨਾਲ ਆਪਣੀ ਪਤਨੀ ਦੇ ਨਾਲ ਜੇਲ੍ਹ ਦੇ ਵਿੱਚ ਰਹਿੰਦਾ ਰਿਹਾ ਹੈ। ਕਹਿੰਦੇ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਯੂਪੀ ਸਰਕਾਰ ਸੁਪਰੀਮ ਕੋਰਟ ਪਹੁੰਚੀ ਤਾਂ ਅੰਸਾਰੀ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਨੇ ਇੱਕ ਸੁਣਵਾਈ ਦੇ ਲਈ 11 ਲੱਖ ਰੁਪਏ ਲੈਣ ਵਾਲੇ ਵਕੀਲ ਨੂੰ ਅਦਾਲਤ ਦੇ ਵਿੱਚ ਖੜਾ ਕਰ ਦਿੱਤਾ। ਵਕੀਲ ਨੇ ਕਹਿੰਦੇ ਪੰਜਾਬ ਸਰਕਾਰ ਨੂੰ 55 ਲੱਖ ਦਾ ਬਿੱਲ ਭੇਜ ਦਿੱਤਾ ਹੈ। ਕੱਲੇ ਮੁਖਤਾਰ ਅੰਸਾਰੀ ਦੀ ਖਾਤਰ ਅਸੀਂ ਇਹ ਬਿੱਲ ਕਿਉਂ ਭਰੀਏ? ਇਸ ਤੇ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਬੈਂਸ ਨੂੰ ਚੁਣੌਤੀ ਦਿੱਤੀ ਕਿ ਉਹ ਸਾਬਿਤ ਕਰਕੇ ਦਿਖਾਉਣ ਕਿ ਅੰਸਾਰੀ ਨੂੰ VIP ਸਹੂਲਤ ਦਿੱਤੀ ਗਈ, ਨਹੀਂ ਤਾਂ ਫਿਰ ਤੁਹਾਨੂੰ ਅਸਤੀਫਾ ਦੇਣਾ ਪਊਗਾ। ਪ੍ਰਤਾਪ ਸਿੰਘ ਬਾਜਵਾ ਨੇ ਮੁਖਤਾਰ ਅੰਸਾਰੀ ਨੂੰ ਮਿਲੀ VIP ਸਹੂਲਤ ਦਾ ਜਵਾਬ ਦਿੰਦੇ ਹੋਏ ਪੁੱਛਿਆ ਕਿ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਮਿਲਣ ਵਾਲੀ VIP ਸਹੂਲਤ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ? ਇਸ ਤੇ ਹਰਜੋਤ ਬੈਂਸ ਨੇ ਕਿਹਾ ਕਿ ਛੇਤੀ ਹੀ ਅੰਸਾਰੀ ਨੂੰ ਬਚਾਉਣ ਦੇ ਵਿੱਚ ਵਕੀਲ ਨੂੰ ਦਿੱਤੇ ਪੈਸਿਆਂ ਦਾ ਚਿੱਠਾ ਮੈਂ ਸਭ ਦੇ ਸਾਹਮਣੇ
ਰੱਖਾਂਗਾ ਅਤੇ ਇਸ ਤੇ ਕਾਰਵਾਈ ਜ਼ਰੂਰ ਹੋਵੇਗੀ, ਐਕਸ਼ਨ ਕਰਨ ਦੇ ਲਈ ਮੈਂ ਕਹਿ ਦਿੱਤਾ ਹੈ। ਤੇ ਇਸੇ ਮੁੱਦੇ ਦੇ ਉੱਤੇ ਫਿਰ ਪ੍ਰਤਾਪ ਬਾਜਵਾ ਨੇ ਦੋ ਹੱਥ ਕਰਨ ਦੀ ਚੁਣੌਤੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇ ਦਿੱਤੀ ਕਿ ਜੇ ਤੁਸੀਂ ਇਸੇ ਮਸਲੇ ਤੇ ਬਹਿਸ ਕਰਨੀ ਹੈ ਬਜਟ ਨੂੰ ਛੱਡ ਕੇ ਤਾਂ ਫਿਰ ਪਹਿਲਾਂ ਆਪਾਂ ਲਾਰੈਂਸ ਬਿਸ਼ਨੋਈ ਦੀ ਗੱਲ ਕਰਾਂਗੇ। ਉਹ ਮੁਖਤਾਰ ਅੰਸਾਰੀ ਤੋਂ ਜ਼ਿਆਦਾ ਖਤਰਨਾਕ ਹੈ। ਕੰਪਲੀਟ ਸਰ, ਦਿਸ ਇਜ਼ ਵੈਰੀ ਇੰਪੋਰਟੈਂਟ। ਲੈਟ ਹਿਮ ਕੰਪਲੀਟ ਸਰ 2 ਸਾਲ 3 ਮਹੀਨੇ ਉਹਨੂੰ ਪੰਜਾਬ ਦੀ ਰੋਪੜ ਜੇਲ੍ਹ 'ਚ ਰੱਖਿਆ ਗਿਆ, ਜਿਸ ਬੈਰਕ ਦੇ ਵਿੱਚ 25 ਬੰਦੇ ਆਣੇ ਚਾਹੀਦੇ ਸੀ। ਹੀ ਵਾਸ ਗਿਵਨ ਅ VIP ਟ੍ਰੀਟਮੈਂਟ। ਉਸ ਦੀ ਵਾਈਫ ਉਸ ਜੇਲ੍ਹ 'ਚ ਨਾਲ ਰਹਿੰਦੀ ਸੀ। ਸਰ ਇੱਥੇ ਨਹੀਂ ਰੁਕਦੀ ਗੱਲ। ਸਰ ਇੱਥੇ ਨਹੀਂ ਰੁਕਦੀ। ਹੁਣ 2 ਸਾਲ 3 ਮਹੀਨਿਆਂ 'ਚ ਹੁਣ ਕੀ ਫੋਨ यूज किते होंगे, किन्ने गैंगस्टर पैदा किते होंगे। सर फॉर द इंफॉर्मेशन ऑफ द स्टेट ऑफ पंजाब, सर आई हैव ऑर्डर्ड that an FIR be lodged and all those who guilty be booked. थैंक यू जी। डू यू वांट के बजट तो पासे हो जाइए? नहीं फिर लॉरेंस बिश्नोई वाला एक मिनट यार, वो एक मिनट ਤੁਸੀਂ ਗੱਲ ਕਰ ਲੈਣ ਦਿਓ। ਤੁਸੀਂ ਲੀਡਰ ਆਫ ਆਪੋਜੀਸ਼ਨ ਸਾਹਿਬ ਬੋਲ ਰਹੇ ਲॉरेंस ਬਿਸ਼ਨੋਈ ਵੱਲ ਹੋਈ ਹੈ, ਕਿਹੜੀ ਜੇਲ੍ਹ ਵਿੱਚ ਸੀ ਤੇ ਕੀ ਚੱਲਦਾ ਤੇ ਕੌਣ ਕਰਾਂਦਾ। ਇਹ ਚੀਜ਼ ਸਾਬਤ ਨਾ ਹੋਈ, ਯੂ ਵਿਲ ਹੈਵ ਟੂ ਰਿਜ਼ਾਈਨ। You are not in a mahalla clinic. You are on the मैं अपना अच्छा एक मिनट जी सरकार सी why he was kept sir। आज पंजाब दे लॉ एंड ऑर्डर मुख्तार अंसारी करके खराब है। बैठो 2.5 साल जी। रंधावा साहब ਉਹ ਉਹਦੀ ਵਾਈਫ ਜਿਹੜੀ ਅੰਦਰ ਹੀ ਹੈ ਪ੍ਰੂਵ ਕਰਨਗੇ। मैं ਨਹੀਂ ਜਬ ਤੁਸੀਂ ਹੁਣ ਡਾਕੂਮੈਂਟ ਲੈ ਕੇ ਆਉਣ। बैठो तुसी। ਸੋ ਸਦਨ ਦਾ ਇਹ ਸਾਰਾ ਰੌਲਾ ਰੱਪਾ ਤਾਂ ਤੁਸੀਂ ਸੁਣ ਹੀ ਲਿਆ ਤੇ ਹੁਣ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਮੁਖਤਾਰ ਅੰਸਾਰੀ ਆਖਿਰਕਾਰ ਹੈ ਕੌਣ, ਜਿਹਦੀ ਚਰਚਾ ਵਿਧਾਨ ਸਭਾ ਦੇ ਵਿੱਚ ਹੋਈ ਹੈ। ਆਖਿਰਕਾਰ ਕੀ ਸ਼ੈ ਹੈ? यूपी ਦਾ ਰਹਿਣ ਵਾਲਾ ਹੈ, 5ਵੀਂ ਵਾਰੀ ਲਗਾਤਾਰ ਵਿਧਾਇਕ ਚੁਣਿਆ ਗਿਆ ਮਾਫੀਆ ਲੀਡਰ ਮੁਖਤਾਰ ਅੰਸਾਰੀ यूपी ਦਾ ਗੈਂਗਸਟਰ ਵੀ ਮੰਨਿਆ ਜਾਂਦਾ ਹੈ। ਇਹਦੇ ਖਿਲਾਫ ਚੋਣ ਕਮਿਸ਼ਨ ਦੇ ਰਿਕਾਰਡ ਦੇ ਮੁਤਾਬਿਕ ਕਤਲ ਦੀ ਕੋਸ਼ਿਸ਼, ਹਥਿਆਰਬੰਦ ਤਰੀਕੇ ਨਾਲ ਦੰਗੇ ਭੜਕਾਉਣ, ਅਪਰਾਧਿਕ ਸਾਜ਼ਿਸ਼ ਰਚਣ, ਅਪਰਾਧਿਕ ਧਮਕੀਆਂ ਦੇਣ, ਜਾਇਦਾਦ ਹੜੱਪ ਕਰਨ ਦੇ ਲਈ ਧੋਖਾਧੜੀ ਕਰਨ, ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਤੋਂ ਲੈ ਕੇ ਜਾਣਬੁੱਝ ਕੇ ਸੱਟ ਪਹੁੰਚਾਉਣ ਦੇ 16 ਕੇਸ ਦਰਜ ਨੇ यूपी ਦੇ ਵਿੱਚ। ਮੁਖਤਾਰ ਅੰਸਾਰੀ ਤੇ यूपी ਦੇ ਮਊ, ਗਾਜ਼ੀਪੁਰ, ਵਾਰਾਣਸੀ ਦੇ ਵਿੱਚ ਕੇਸ ਦਰਜ ਨੇ, ਪਰ ਉਹ 2 ਸਾਲਾਂ ਤੋਂ ਇੱਕ ਕੇਸ ਕਾਰਨ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਬੰਦ ਰਿਹਾ। यूपी ਸਰਕਾਰ ਸੂਬੇ ਦੇ ਵਿੱਚ ਦਰਜ ਮਾਮਲਿਆਂ ਦੀ ਸੁਣਵਾਈ ਲਈ ਮੁਖਤਾਰ ਅੰਸਾਰੀ ਨੂੰ ਅਦਾਲਤ 'ਚ ਪੇਸ਼ ਕਰਨਾ ਚਾਹੁੰਦੀ ਸੀ, ਜਦ ਕਿ ਪੰਜਾਬ ਪੁਲਿਸ ਲਗਾਤਾਰ ਕਹਿੰਦੀ ਰਹੀ ਕਿ ਅਸੀਂ ਉਸ ਨੂੰ ਭੇਜ ਨਹੀਂ ਸਕਦੇ ਕਿਉਂਕਿ ਉਹਦੀ ਸਿਹਤ ਠੀਕ ਨਹੀਂ ਹੈ। ਇਸ ਸੰਬੰਧੀ यूपी ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ। ਜਦੋਂ ਪੰਜਾਬ ਸਰਕਾਰ ਨੇ ਨਹੀਂ ਮੰਨਿਆ ਤਾਂ ਸੁਪਰੀਮ ਕੋਰਟ ਪਹੁੰਚ ਗਈ ਸਰਕਾਰ यूपी ਦੀ, ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਸ ਤੇ ਸੁਣਵਾਈ ਚੱਲੀ ਤਾਂ ਪੰਜਾਬ ਸਰਕਾਰ ਨੇ ਉੱਥੇ ਜਵਾਬ ਦਿੱਤਾ, ਕਿਹਾ ਕਿ ਮੁਖਤਾਰ ਅੰਸਾਰੀ ਨੂੰ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਸਣੇ ਕਈ ਬਿਮਾਰੀਆਂ ਨੇ, ਜਿਸ ਕਾਰਨ ਡਾਕਟਰਾਂ ਨੇ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਤੇ ਹਾਲੇ यूपी ਨਹੀਂ ਭੇਜਿਆ ਜਾ ਸਕਦਾ। ਮੁਖਤਾਰ ਅੰਸਾਰੀ ਤੇ ਪੰਜਾਬ ਦੇ ਵਿੱਚ ਜਿਹੜੇ ਇਲਜ਼ਾਮ ਲੱਗੇ ਨੇ ਉਹ ਇਹ ਨੇ ਕਿ ਜਨਵਰੀ 2019 ਦੇ ਵਿੱਚ ਉਸਨੇ ਮੁਹਾਲੀ ਦੇ ਇੱਕ ਵੱਡੇ ਬਿਲਡਰ ਨੂੰ ਫੋਨ ਕਰਕੇ 10 ਕਰੋੜ ਰੁਪਏ ਦੀ ਫਿਰੌਤੀ ਮੰਗੀ। ਇਸੇ ਗੱਲ ਨੂੰ ਲੈ ਕੇ ਮੁਹਾਲੀ ਦੇ ਵਿੱਚ ਉਹਦੇ ਖਿਲਾਫ FIR ਦਰਜ ਕੀਤੀ ਗਈ। 24 ਜਨਵਰੀ 2019 ਨੂੰ ਪੰਜਾਬ ਪੁਲਿਸ ਨੇ ਮੁਖਤਾਰ ਅੰਸਾਰੀ ਨੂੰ यूपी ਤੋਂ ਲਿਆ ਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਤੇ ਉਦੋਂ ਤੋਂ ਉਹਦੀ ਹਿਰਾਸਤ ਲਗਾਤਾਰ ਹੀ ਵੱਧਦੀ ਗਈ ਤੇ ਫਿਰ ਸੁਪਰੀਮ ਕੋਰਟ ਦੇ ਹੁਕਮਾਂ ਤੇ ਮੁਖਤਾਰ ਅੰਸਾਰੀ ਨੂੰ ਆਖਿਰਕਾਰ यूपी ਪੁਲਿਸ ਨੂੰ ਸੌਂਪ ਦਿੱਤਾ ਗਿਆ। ਇਸ ਮਸਲੇ ਦੇ ਵਿੱਚ ਘੁੰਡੀ ਹੁਣ ਇਹ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਖਤਾਰ ਅੰਸਾਰੀ ਦੇ ਸੰਬੰਧ ਦੱਸੇ ਜਾਂਦੇ ਨੇ। ਇਸੇ ਕਰਕੇ ਮੁਖਤਾਰ ਅੰਸਾਰੀ यूपी ਦੇ ਗੈਂਗਸਟਰ ਨੇ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਤਰੀਕੇ ਦੇ ਨਾਲ ਪਨਾਹ ਲਈ ਤਾਂ ਕਿ ਉਸ ਨੂੰ यूपी ਦੇ ਵਿੱਚ ਕਿਸੇ ਵੀ ਹੋਣ ਵਾਲੀ ਸਜ਼ਾ ਤੋਂ ਬਚਾਇਆ ਜਾ ਸਕੇ। ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦਰਮਿਆਨ ਸਿੱਖਿਆ ਮੰਤਰੀ ਮੀਤ ਹੇਅਰ ਨੇ ਵੀ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਜੇ ਕੇਂਦਰ ਸਰਕਾਰ ਸਾਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੇਵੇ ਤਾਂ ਅਸੀਂ ਸਾਰਾ ਖਰਚਾ ਚੁੱਕਣ ਨੂੰ ਤਿਆਰ ਹਾਂ, ਯਾਨੀ ਕਿ ਸਾਰਾ ਖਰਚਾ ਯੂਨੀਵਰਸਿਟੀ ਦਾ ਪੰਜਾਬ ਸਰਕਾਰ ਚੁੱਕੇਗੀ। ਹਾਲਾਂਕਿ ਇਸ ਵਕਤ ਪੰਜਾਬ ਸਰਕਾਰ 40% ਖਰਚਾ ਦੇ ਰਹੀ ਹੈ ਤੇ ਜੇ ਕੇਂਦਰ ਸਰਕਾਰ ਇਹਨਾਂ ਦੀ ਗੱਲ ਮੰਨ ਲੈਂਦੀ ਹੈ ਤਾਂ ਇਹ ਪੂਰਾ ਪੈਸਾ ਦੇਣਗੇ। ਪਰ ਕੀ ਇਹ ਜਿਹੜਾ ਬਿਆਨ ਹੈ, ਇਹ ਜਿਹੜੀ ਮੰਗ ਹੈ ਉਹ ਮਾਇਨੇ ਰੱਖਦੀ ਹੈ? ਕੇਂਦਰ ਸਰਕਾਰ ਦੇ ਕੋਲ ਜਿੰਨਾ ਚਿਰ ਲਿਖਤੀ ਤੌਰ ਤੇ ਕੁਝ ਵੀ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ ਜਾਂਦਾ ਕਿ ਉਦੋਂ ਤੱਕ ਇਹਨਾਂ ਜ਼ੁਬਾਨੀ ਬਿਆਨਾਂ ਦੀ ਕੋਈ ਵੀ ਕੀਮਤ ਹੈ ਕੇਂਦਰ ਸਰਕਾਰ ਕੋਲ? ਇਹ ਸਭ ਤੋਂ ਵੱਡਾ ਸਵਾਲ ਹੈ। ਪਰ ਪੰਜਾਬ ਸਰਕਾਰ ਨੇ ਜਿਗਰਾ ਦਿਖਾਇਆ, ਇਸ ਦੇ ਲਈ ਤਾਰੀਫ ਕਰਨੀ ਬਣਦੀ ਹੈ। ਤੇ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਵਿੱਚ ਹੋਰ ਕੀ ਕੁਝ
ਅਹਿਮ ਬਿਆਨ ਦਿੱਤੇ ਗਏ ਨੇ, ਕੀ ਕੁਝ ਅਹਿਮ ਗੱਲਾਂ ਹੋਈਆਂ ਨੇ, ਉਹ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਹੁਣ ਸੰਗਰੂਰ ਤੋਂ ਲੋਕ ਸਭਾ ਮੈਂਬਰ ਬਣ ਚੁੱਕੇ ਨੇ, ਉਹਨਾਂ ਦੇ ਖਿਲਾਫ ਕਿਹੜੀ ਭਾਸ਼ਾ ਦੀ ਵਰਤੋਂ ਦੀ ਵਜ੍ਹਾ ਕਰਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਾਫੀ ਮੰਗਣੀ ਪਈ, ਇਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਕਿਸਾਨਾਂ ਨੂੰ ਪੰਜਾਬ ਸਰਕਾਰ ਕਿਹੜਾ ਬਕਾਇਆ ਪੈਸਾ ਵਾਪਸ ਕਰੂਗੀ ਅਤੇ ਟਰੈਕਟਰ ਟੂ ਟਵਿੱਟਰ ਤੇ ਲੱਗੇ ਬਿਆਨ ਤੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕੀ ਬਿਆਨ ਦਿੱਤਾ ਹੈ। ਕੇਂਦਰ ਤੋਂ ਕਿਹੜੀ ਨਵੀਂ ਸਨਅਤ ਦੀ ਮਨਜ਼ੂਰੀ ਦੇ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਹੋਏਗਾ। ਪ੍ਰਗਟ ਸਿੰਘ ਨੇ ਮੁੱਖ ਮੰਤਰੀ ਮਾਨ ਨੂੰ ਕਿਹੜੀ ਚੇਤਾਵਨੀ ਦਿੱਤੀ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਸਦਨ ਦੇ ਵਿੱਚ ਹੋਈਆਂ ਨੇ, ਇਹ ਵੀ ਸੁਣ ਲੈਂਦੇ ਹਾਂ। 80 ਸਾਲਾਂ ਦੇ ਬਾਪੂ ਨੂੰ, ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ, ਅੱਜ ਕੱਲ ਨੌਜਵਾਨੀ ਦਾ ਦੌਰ ਹੈ, ਜਨਰੇਸ਼ਨ ਗੈਪ ਆ ਗਿਆ, ਬਦਲਾਵ ਲੋਕ ਚਾਹੁੰਦੇ ਨੇ, ਤੇ 3 ਮਹੀਨਿਆਂ ਦੇ ਵਿੱਚ ਹੀ ਉਹ ਚੁਆਇਸ ਨਹੀਂ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਚੁਆਇਸ ਨਹੀਂ ਸਨ, ਉਹਨਾਂ ਨੇ ਵਿਕਲਪ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਦਲਾਵ ਦੇ ਰੂਪ ਦੇ ਵਿੱਚ ਵੋਟਾਂ ਪਾਈਆਂ ਸਨ। ਇਹਨਾਂ ਨੇ ਕਿਹਾ ਕਿ 80 ਸਾਲਾ ਬੁੜੇ ਨੂੰ, ਮੇਰੀ ਬੇਨਤੀ ਹੈ ਕਿ ਮਾਨ ਸਾਹਿਬ ਐਮਪੀ ਬਣ ਕੇ ਉਹਨਾਂ ਨੂੰ ਜਦੋਂ ਕਹਿਣਾ ਰਿਸਪੈਕਟ ਨਾ ਕਰਨ। ਉਮਰ ਦਾ ਇਹਨਾਂ ਕੋਈ ਤਲਕ ਵਾਸਤਾ ਨਹੀਂ। ਨਹੀਂ ਇਹ ਗੱਲ ਗਲਤ ਹੈ। ਤੁਸੀਂ ਕਿਉਂ ਏਦਾਂ ਸੰਬੋਧਨ ਕਰਦੇ? ਤੁਸੀਂ ਏਦਾਂ ਕਿਉਂ ਸੰਬੋਧਨ ਕਰਦੇ ਹੋ? ਐਮਪੀ ਨੇ, ਉਹਨਾਂ ਨੂੰ ਲੋਕਾਂ ਨੇ ਚੁਣਿਆ ਸੰਗਰੂਰ ਨੇ। ਚਲੋ ਤੁਹਾਨੂੰ ਰਾਜਾ ਜੀ ਸਤਿਕਾਰਯੋਗ ਪਿਤਾ ਸਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੇ ਬਜ਼ੁਰਗ ਨੇ। ਪਹਿਲੀ ਗੱਲ ਮੈਂ ਇਹ ਗੱਲ ਕਹੀ ਨਹੀਂ, ਪਰ ਜੇ ਇਹਨਾਂ ਨੂੰ ਲੱਗਿਆ ਇਹਨਾਂ ਦੇ ਕੋਈ ਕੰਨ 'ਚ ਮਸ਼ੀਨ ਪਾਈ ਆ ਵੱਜਿਆ ਹੋਵੇ ਤਾਂ ਮੈਂ ਇਸ ਗੱਲ ਨੂੰ ਆਪਦੇ ਸ਼ਬਦ ਵਾਪਸ ਲੈ। ਜਿਹੜਾ ਤੁਸੀਂ 21 ਲੱਖ ਦਾ ਫਾਇਦਾ ਕੀਤਾ ਕਿ ਪੇਪਰਲੈਸ ਬਜਟ ਲਿਆ ਕੇ, ਤੁਸੀਂ ਅੱਜ 42 ਲੱਖ ਦੀ ਉਹਦੀ ਐਡ ਦਿੱਤੀ ਹੈ, ਉਹਦੀ 42 ਲੱਖ ਦੀ ਐਡ ਦਿੱਤੀ ਹੈ। ਅੱਜ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਹੈ, ਉੱਥੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਸੂਬੇ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਤੇ ਰੋਕ ਲਾ ਦਿੱਤੀ ਹੈ। ਯਾਨੀ ਕਿ ਨਵੀਂ ਆਬਕਾਰੀ ਨੀਤੀ ਤੇ ਇੱਕ ਤਰੀਕੇ ਦੇ ਨਾਲ ਰੋਕ ਲਾ ਦਿੱਤੀ ਗਈ ਹੈ। ਪੰਜਾਬ 'ਚ ਹੁਣ ਠੇਕਿਆਂ ਦੀ ਅਲਾਟਮੈਂਟ ਸ਼ਰਾਬ ਨੀਤੀ ਸੰਬੰਧੀ ਦਾਇਰ ਪਟੀਸ਼ਨ ਤੇ ਫੈਸਲੇ ਤੇ ਨਿਰਭਰ ਕਰਦੀ ਹੈ। ਹਾਈ ਕੋਰਟ ਨੇ ਆਬਕਾਰੀ ਨੀਤੀ ਦੇ ਖਿਲਾਫ ਦਾਇਰ 4 ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਰੋਕ ਲਾਈ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਨਵੀਂ ਨੀਤੀ ਦੇ ਵਿੱਚ ਸਰਕਾਰ ਨੇ ਪੰਜਾਬ ਦੇ ਵਿੱਚ ਸ਼ਰਾਬ ਦੇ ਗਰੁੱਪ ਨੂੰ 750 ਤੋਂ ਘਟਾ ਕੇ 177 ਕਰ ਦਿੱਤਾ। ਹੁਣ ਇੱਕ ਗਰੁੱਪ ਹੈ ਜਿਹੜਾ ਉਹ 30 ਕਰੋੜ ਰੁਪਏ ਦਾ ਰਹਿ ਗਿਆ, ਪਹਿਲਾਂ ਇਹ 4 ਕਰੋੜ ਰੁਪਏ ਦਾ ਸੀ। ਇਸ ਕਾਰਨ ਛੋਟੇ ਕਾਰੋਬਾਰੀਆਂ ਦੇ ਬਾਹਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਰਕਾਰ ਨੇ ਪਿਛਲੇ ਸਾਲ 6158 ਕਰੋੜ ਰੁਪਏ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੌਰਾਨ 9647 ਕਰੋੜ ਰੁਪਏ ਦੀ ਕਮਾਈ ਦਾ ਟੀਚਾ ਰੱਖਿਆ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀਆਂ ਕੁਝ ਖਬਰਾਂ ਤੁਹਾਨੂੰ ਦੱਸ ਦਿੰਨੇ ਹਾਂ। ਇਸ ਕਤਲकांड ਨੂੰ ਪੂਰਾ 1 ਮਹੀਨਾ ਹੋ ਚੁੱਕਿਆ। ਲੰਗੀ 29 ਮਈ ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੂੰ ਮਾਨਸਾ ਦੇ ਪਿੰਡ ਜਵਾਰਕੇ ਦੇ ਵਿੱਚ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਤੇ 28 ਜੂਨ ਨੂੰ ਇਸ ਕਤਲ ਨੂੰ ਪੂਰਾ 1 ਮਹੀਨਾ ਹੋ ਚੁੱਕਿਆ। 31 ਦਿਨ ਲੰਘ ਚੁੱਕੇ ਨੇ, ਪਰ ਪੰਜਾਬ ਪੁਲਿਸ ਹਾਲੇ ਤੱਕ ਕਿਸੇ ਵੀ ਤਣ ਪੱਤਣ ਨਹੀਂ ਲੱਗੀ ਹੈ। ਇਸ ਜਾਂਚ ਨੂੰ ਲੈ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆਂਦਾ ਗਿਆ ਸੀ, ਪਰ ਮੰਗਲਵਾਰ ਨੂੰ ਗੈਂਗਸਟਰ ਨੂੰ ਅੰਮ੍ਰਿਤਸਰ ਪੁਲਿਸ ਹੈ ਜਿਹੜੀ ਉਹ ਟ੍ਰਾਂਜ਼ਿਟ ਰਿਮਾਂਡ ਤੇ ਲੈ ਗਈ ਹੈ। ਰਾਤ ਨੂੰ ਹੀ ਲੈ ਗਈ ਸੀ, ਸੋਮਵਾਰ ਰਾਤ ਨੂੰ ਹੀ ਲੈ ਗਈ ਸੀ, ਜਦੋਂ 12 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਉਸ ਨੂੰ ਮਾਨਸਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅੰਮ੍ਰਿਤਸਰ ਪੁਲਿਸ ਨੇ ਕਿਸੇ ਹੋਰ ਕੇਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਹੈ। ਅੰਮ੍ਰਿਤਸਰ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਰਾਣਾ ਕੰਦੋਵਾਲੀਆ ਦੇ ਕਤਲ ਮਾਮਲੇ ਦੇ ਵਿੱਚ ਪੁੱਛ ਪੜਤਾਲ ਕਰਨਾ ਚਾਹੁੰਦੀ ਹੈ। ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਮੰਗਲਵਾਰ ਸਵੇਰੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ, ਅਤੇ ਅਦਾਲਤ ਨੇ ਲਾਰੈਂਸ ਦਾ 8 ਦਿਨਾਂ ਦਾ ਰਿਮਾਂਡ ਹੈ ਜਿਹੜਾ ਉਹ ਅੰਮ੍ਰਿਤਸਰ ਪੁਲਿਸ ਨੂੰ ਦੇ ਦਿੱਤਾ ਹੈ। ਲੰਘੇ ਸਾਲ ਅਗਸਤ ਮਹੀਨੇ ਦੇ ਵਿੱਚ ਨਿੱਜੀ ਹਸਪਤਾਲ ਦੇ ਵਿੱਚ ਗੋਲੀਆਂ ਮਾਰ ਕੇ ਕੰਦੋਵਾਲੀਆ ਦਾ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿਸੇ ਦਾ ਹਾਲ ਚਾਲ ਪੁੱਛਣ ਲਈ ਹਸਪਤਾਲ ਗਿਆ ਸੀ। ਸੋ ਲਾਰੈਂਸ ਬਿਸ਼ਨੋਈ ਤੋਂ ਜਿਹੜੀ ਪੁੱਛਗਿੱਛ ਮੂਸੇਵਾਲਾ ਕਤਲकांड ਦੇ ਵਿੱਚ ਕੀਤੀ ਗਈ ਹੈ, ਉਸ ਪੁੱਛਗਿੱਛ ਤੋਂ ਬਾਅਦ ਪੁਲਿਸ ਕਿਸ ਨਤੀਜੇ ਦੇ ਉੱਤੇ ਪਹੁੰਚੀ ਹੈ ਕਿ ਜਿਹੜਾ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਅਪਡੇਟ ਹੈ ਜਿਹੜੀ ਉਹ ਆਈ ਹੈ, ਇਸ ਬਾਰੇ ਅਧਿਕਾਰਿਤ ਤੌਰ ਤੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ 2-3 ਦਿਨ ਪਹਿਲਾਂ ਪੁਲਿਸ ਨੇ ਪੀਸੀ ਕਰਕੇ ਦੱਸਿਆ ਸੀ ਕਿ ਲਾਰੈਂਸ ਹੀ ਜਿਹੜਾ ਹੈਗਾ ਉਹ ਮਾਸਟਰਮਾਈਂਡ ਹੈ, ਲਾਰੈਂਸ ਤੋਂ ਹੀ ਇਸ ਕਤਲ ਦੀ ਕਹਾਣੀ ਸ਼ੁਰੂ ਹੁੰਦੀ ਹੈ, ਇਸ ਤੇ ਹੀ ਖਤਮ ਹੋ ਜਾਂਦੀ ਹੈ। ਪਰ ਹੁਣ ਇਸ ਦਾ ਬਣੂਗਾ ਕਿ ਇਹ ਵੱਡਾ ਸਵਾਲ ਹੈ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਮੰਗਲਵਾਰ ਨੂੰ ਇੱਕ ਹੋਰ ਅਪਡੇਟ ਆਈ ਹੈ, ਜਦੋਂ ਮੂਸੇਵਾਲੇ
ਦਾ ਆਪਣੇ ਆਪ ਨੂੰ ਕਰੀਬੀ ਦੱਸਦਿਆਂ ਅਤੇ ਕਥਿਤ ਮੈਨੇਜਰ ਦੱਸਦਾ ਹੋਇਆ ਸ਼ਗਨਪ੍ਰੀਤ ਹੈ ਜਿਹੜਾ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ। ਆਪਣੇ ਆਪ ਨੂੰ ਮੂਸੇਵਾਲੇ ਦਾ ਮੈਨੇਜਰ ਦੱਸਦਿਆਂ ਸ਼ਗਨਪ੍ਰੀਤ ਨੇ ਹਾਈ ਕੋਰਟ ਵਿੱਚ 2 ਪਟੀਸ਼ਨਾਂ ਦਾਇਰ ਕੀਤੀਆਂ ਨੇ। ਅਕਾਲੀ ਲੀਡਰ ਵਿੱਕੀ ਮਿੱਡੂ ਖੇੜਾ ਦੇ ਕਤਲ ਕੇਸ ਦੇ ਵਿੱਚ ਉਸਨੇ ਅਗਾਊਂ ਜ਼ਮਾਨਤ ਮੰਗੀ ਹੈ। ਇਸ ਦੇ ਨਾਲ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਹੈ ਜਿਹੜੀ ਉਹ ਸ਼ਗਨਪ੍ਰੀਤ ਨੇ ਕੀਤੀ ਹੈ। ਉਸਨੇ ਕਿਹਾ ਕਿ ਜਦੋਂ ਵੀ ਉਹ ਮੁਹਾਲੀ ਆਉਂਦਾ ਹੈ ਤਾਂ ਉਸਨੂੰ ਹਵਾਈ ਅੱਡੇ ਤੋਂ ਨਿਰਧਾਰਿਤ ਥਾਂ ਤੇ ਜਾਣ ਲਈ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਹਨਾਂ ਪਟੀਸ਼ਨਾਂ ਤੇ ਜਲਦ ਸੁਣਵਾਈ ਹੋ ਸਕਦੀ ਹੈ। ਸ਼ਗਨਪ੍ਰੀਤ ਸਿੱਧੂ ਮੂਸੇਵਾਲੇ ਦਾ ਕਰੀਬੀ ਵੀ ਦੱਸਦਾ ਹੈ ਆਪਣੇ ਆਪ ਨੂੰ ਤੇ ਮੈਨੇਜਰ ਵਜੋਂ ਵੀ ਦੱਸਦਾ ਹੈ। ਉਸ ਦੇ ਮੁਤਾਬਿਕ ਉਹ ਮੂਸੇਵਾਲੇ ਦੇ ਸਾਰੇ ਸ਼ੋਅ ਡੀਲ ਕਰਦਾ ਸੀ। ਹਾਲਾਂਕਿ ਪਿਛਲੇ ਸਾਲ ਅਗਸਤ ਦੇ ਵਿੱਚ ਮੁਹਾਲੀ ਵਿੱਚ ਹੋਏ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਸ਼ਗਨਪ੍ਰੀਤ ਦਾ ਜਿਹੜਾ ਨਾਮ ਸਾਹਮਣੇ ਆਇਆ ਸੀ। ਸ਼ਗਨਪ੍ਰੀਤ ਤੇ ਗੈਂਗਸਟਰਾਂ ਦੇ ਵੱਲੋਂ ਇਲਜ਼ਾਮ ਨੇ ਜਿਹੜੇ ਉਹ ਲਗਾਤਾਰ ਲਾਏ ਜਾ ਰਹੇ ਨੇ। ਪਰ ਇਹ ਕਿੱਧਰ ਦਾ ਇਨਸਾਫ ਹੈ ਕਿ ਜੇ ਸ਼ਗਨਪ੍ਰੀਤ ਵਿੱਕੀ ਮਿੱਡੂ ਖੇੜਾ ਕੇਸ ਦੇ ਵਿੱਚ ਸ਼ਾਮਲ ਸੀ ਤਾਂ ਉਸ ਦਾ ਬਦਲਾ ਸਿੱਧੂ ਮੂਸੇਵਾਲੇ ਤੋਂ ਕਿਉਂ ਲਿਆ ਗਿਆ। ਦਿੱਲੀ ਪੁਲਿਸ ਦੀ ਜਾਂਚ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਸ਼ਗਨਪ੍ਰੀਤ ਦਾ ਸੰਬੰਧ ਮਿੱਡੂ ਖੇੜਾ ਕਾਂਡ ਲਈ ਜ਼ਿੰਮੇਦਾਰ ਗੈਂਗਸਟਰ ਕੌਸ਼ਲ ਚੌਧਰੀ ਅਤੇ ਸ਼ਾਰਪ ਸ਼ੂਟਰਾਂ ਦੇ ਨਾਲ ਸੀ। ਇਸ ਤੋਂ ਬਾਅਦ ਸ਼ਗਨਪ੍ਰੀਤ ਅਚਾਨਕ ਵਿਦੇਸ਼ ਚਲਾ ਗਿਆ ਸੀ ਤੇ ਉਦੋਂ ਤੋਂ ਉੱਥੇ ਹੀ ਰਹਿ ਰਿਹਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਮੂਸੇਵਾਲਾ ਕਤਲकांड ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰਾਂ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਇਸ ਕਤਲकांड ਨੂੰ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਦੱਸਿਆ ਗਿਆ ਹੈ। ਹਾਲਾਂਕਿ ਪਿਛਲੇ ਦਿਨੀ ਪੁਲਿਸ ਨੇ ਜਿਹੜੇ ਕਿ ਪ੍ਰਮੋਦ ਬਾਨ ਹੈਗੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ, ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਇਹ ਜਿਹੜਾ ਕਤਲ ਹੈ ਉਹ ਵਿੱਕੀ ਮਿੱਡੂ ਖੇੜਾ ਕਤਲ ਦਾ ਬਦਲਾ ਨਹੀਂ ਹੈ। ਸਿੱਧੂ ਮੂਸੇਵਾਲੇ ਦਾ ਕਿਸੇ ਵੀ ਅਜਿਹੇ ਕਤਲ ਦੇ ਨਾਲ ਸੰਬੰਧ ਨਹੀਂ ਸੀ। ਵਿੱਕੀ ਮਿੱਡੂ ਖੇੜਾ ਕਤਲ ਨਾਲ ਸਿੱਧੂ ਮੂਸੇਵਾਲੇ ਦਾ ਕੋਈ ਲੈਣਾ ਦੇਣਾ ਨਹੀਂ ਸੀ। ਖਬਰ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਮਰਨ ਤੋਂ ਬਾਅਦ ਰਿਲੀਜ਼ ਹੋਏ ਪਹਿਲੇ ਗਾਣੇ SYL ਦੇ ਨਾਲ ਜੁੜੀ ਹੋਈ ਹੈ। ਇੱਕ ਨਹੀਂ ਬਲਕਿ 3 ਖਬਰਾਂ ਇਸ ਮੁੱਦੇ ਦੇ ਨਾਲ ਜੁੜੀਆਂ ਤੁਹਾਨੂੰ ਦੱਸਾਂਗੇ। ਮੂਸੇਵਾਲੇ ਦਾ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਕਰਨ ਸੰਬੰਧੀ ਮਾਨਸਾ ਦੇ ਥਾਣੇ ਦੇ ਵਿੱਚ ਕੇਸ ਦਰਜ ਹੋਇਆ ਹੈ। ਮਾਨਸਾ ਦੇ ਥਾਣਾ ਸਦਰ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਇਸ ਗੀਤ ਦੇ ਲੀਕ ਹੋਣ ਤੋਂ ਬਾਅਦ ਥਾਣਾ ਸਦਰ ਦੇ ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ਤੇ ਪੁਲਿਸ ਨੇ ਪਛਾਤੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸਿੱਧੂ ਮੂਸੇਵਾਲੇ ਦਾ ਇਹ ਗੀਤ 23 ਜੂਨ ਨੂੰ ਸ਼ਾਮ ਦੇ 6 ਵਜੇ YouTube ਤੇ ਰਿਲੀਜ਼ ਕੀਤਾ ਗਿਆ ਹੈ। ਆਫੀਸ਼ੀਅਲ ਚੈਨਲ ਤੇ ਰਿਲੀਜ਼ ਕੀਤਾ ਗਿਆ, ਪਰ ਇਸ ਨੂੰ 20 ਜੂਨ ਨੂੰ ਹੀ ਕਿਸੇ ਨੇ ਲੀਕ ਕਰ ਦਿੱਤਾ ਸੀ। ਕਿਸੇ ਨੇੜਲੇ ਨੇ ਹੀ ਲੀਕ ਕੀਤਾ ਸੀ। ਹਾਲਾਂਕਿ ਇਸ ਗੀਤ ਨੂੰ ਹੁਣ ਕੇਂਦਰ ਸਰਕਾਰ ਨੇ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਹੈ। ਭਾਰਤ ਦੇ ਵਿੱਚ YouTube ਤੇ ਇਸ ਨੂੰ ਨਹੀਂ ਦੇਖਿਆ ਜਾ ਸਕਦਾ ਅਤੇ ਇਸ ਦੇ ਖਿਲਾਫ ਹੀ ਪਰਿਵਾਰ ਨੇ ਸ਼ਿਕਾਇਤ ਕੀਤੀ ਸੀ ਤੇ FIR ਦੇ ਵਿੱਚ ਬਲਕੌਰ ਸਿੰਘ ਪਿਤਾ ਸਿੱਧੂ ਮੂਸੇਵਾਲੇ ਦੇ ਉਹਨਾਂ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸਦੇ ਪੁੱਤ ਦਾ ਇਹ ਗੀਤ ਹੈ ਜਿਹੜਾ SYL 23 ਤਰੀਕ ਸ਼ਾਮ ਨੂੰ 6 ਵਜੇ ਅਸੀਂ ਰਿਲੀਜ਼ ਕਰਨਾ ਸੀ, ਪਰ ਕਿਸੇ ਨੇੜਲੇ ਨੇ 20 ਨੂੰ ਹੀ ਰਿਲੀਜ਼ ਕਰ ਦਿੱਤਾ। ਉਂਝ ਤਾਂ ਕਹਿੰਦੇ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਇੱਕ ਵਾਰੀ ਅਸੀਂ ਮਾਫ ਕਰੀ ਬੈਠੇ ਆ, ਪਰ ਜੇ ਉਹ ਭਵਿੱਖ ਦੇ ਵਿੱਚ ਅਜਿਹਾ ਕੁਝ ਕਰੂਗਾ ਤਾਂ ਉਹਦੇ ਨਾਲ ਅਸੀਂ ਲਿਹਾਜ਼ ਨਹੀਂ ਕਰਾਂਗੇ, ਕਿਉਂਕਿ ਸਿੱਧੂ ਮੂਸੇਵਾਲੇ ਦਾ ਹਾਲੇ ਬਹੁਤ ਸਾਰਾ ਜਿਹੜਾ ਅਧੂਰਾ ਪਿਆ ਮੈਟਰ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਜਿਹੜਾ ਲੀਕ ਕਰਨ ਵਾਲਾ ਵਿਅਕਤੀ ਹੈ ਉਹ ਸ਼ਾਮਿਲ ਹੋ ਸਕਦਾ ਹੈ। ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਜੋ ਕਿ ਮੂਸਾ ਪਿੰਡ ਦੇ ਮੌਜੂਦਾ ਸਰਪੰਚ ਵੀ ਨੇ, ਉਹਨਾਂ ਨੇ ਵੀ ਕਿਹਾ ਕਿ ਅਜਿਹੀ ਸ਼ਰਾਰਤ ਕਰਨ ਵਾਲਾ ਮਾਫੀਯੋਗ ਤਾਂ ਨਹੀਂ ਹੁੰਦਾ, ਪਰ ਫਿਰ ਵੀ ਇੱਕ ਵਾਰ ਅਸੀਂ ਉਸ ਨੂੰ ਬਖਸ਼ ਦਿੱਤਾ ਹੈ। ਪਰ FIR ਤਾਂ ਦਰਜ ਕਰਵਾਈ ਹੈ, ਉਹ ਵੀ ਬਿਨਾਂ ਨਾਮ ਤੋਂ ਦਰਜ ਕਰਵਾਈ ਹੈ, ਤਾਂ ਜੋ ਲੋਕਾਂ ਦੇ ਸਾਹਮਣੇ ਉਸ ਦੀ ਇਹ ਕਰਤੂਤ ਜੱਗ ਜ਼ਾਹਿਰ ਹੋ ਜਾਵੇ, ਉਸ ਦੇ ਕਾਰਜ ਦਾ ਸਭ ਨੂੰ ਪਤਾ ਲੱਗ ਸਕੇ ਤੇ ਉਹਨੂੰ ਵੀ ਥੋੜੀ ਸਿੱਖਿਆ ਜਿਹੜੀ ਉਹ ਮਿਲ ਸਕੇ, ਸਬਕ ਮਿਲ ਸਕੇ। ਅਤੇ ਇਸ ਦੀ ਜਾਣਕਾਰੀ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲ ਪੇਜ ਤੋਂ ਹੀ ਪਰਿਵਾਰ ਨੇ ਦਿੱਤੀ ਹੈ, ਉਸ ਦੀ IT ਟੀਮ ਨੇ ਦਿੱਤੀ ਹੈ। ਤੇ ਸਿੱਧੂ ਮੂਸੇਵਾਲੇ ਦਾ ਜਿਹੜਾ ਇਹ ਗੀਤ SYL ਹੈ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਹੈ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੀ ਗੱਲ ਕਰਦਾ ਹੈ। ਇਸ ਗੀਤ ਨੂੰ ਬੈਨ ਕੀਤੇ ਜਾਣ ਦਾ ਮੁੱਦਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਗੁੰਜਿਆ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਦੇ ਵੱਲੋਂ ਇਸ ਗੀਤ ਨੂੰ YouTube ਤੋਂ ਬੈਨ ਕਰਨ ਦਾ ਮੁੱਦਾ ਚੁੱਕਿਆ। ਕਿਸਾਨ ਏਕਤਾ ਮੋਰਚਾ ਤੇ ਟਰੈਕਟਰ ਟੂ ਟਵਿੱਟਰ ਅਕਾਊਂਟ ਨੂੰ ਵੀ ਬੈਨ ਕਰਨ ਦਾ ਮੁੱਦਾ ਸੁਖਪਾਲ ਸਿੰਘ ਖਹਿਰਾ ਨੇ ਸਦਨ ਦੇ ਵਿੱਚ ਚੁੱਕਿਆ। ਜਦੋਂ ਸਦਨ ਦੇ ਚੌਥੇ ਦਿਨ ਅਗਨੀਪਥ ਸਕੀਮ ਹੈ ਜਿਹੜੀ ਭਾਰਤ ਸਰਕਾਰ ਦੇ ਵੱਲੋਂ ਲਾਂਚ ਕੀਤੀ ਗਈ, ਉਸ ਦਾ ਮੁੱਦਾ ਗੂੰਜ ਰਿਹਾ ਸੀ, ਜਿਸ ਤੇ ਸਾਰੀਆਂ ਧਿਰਾਂ ਦੇ ਵੱਲੋਂ ਸਾਂਝਾ ਜਿਹੜਾ ਮਤਾ ਲਿਆਉਣ ਦੀ ਸਹਿਮਤੀ ਵੀ ਪ੍ਰਗਟਾਈ ਹੈ। ਨਿੰਦਾ ਮਤਾ ਇਸ ਮਸਲੇ ਦੇ ਉੱਤੇ ਲਿਆਂਦਾ ਜਾਊਗਾ ਤੇ ਸੁਖਪਾਲ ਸਿੰਘ ਖਹਿਰਾ ਨੇ ਇਸ ਮੁੱਦੇ ਤੇ ਕੀ ਕਿਹਾ, SYL ਗੀਤ ਬੈਨ ਕਰਨ ਦੇ ਮੁੱਦੇ ਤੇ, ਉਹ ਵੀ ਸੁਣਦੇ ਆ। ਸਪੀਕਰ ਸਾਹਿਬ, ਤੁਹਾਡੀ ਮਾਰਫਤ ਮੈਂ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ 24-48 ਘੰਟੇ ਵਿੱਚ ਇੱਕ ਤਾਂ ਸਿੱਧੂ ਮੂਸੇਵਾਲਾ ਦਾ ਜਿਹੜਾ YouTube ਤੇ ਗਾਣਾ ਸੀਗਾ ਉਹ ਭਾਰਤ ਦੀ ਸਰਕਾਰ ਨੇ ਉੱਥੇ ਸ਼ਿਕਾਇਤ ਕਰਕੇ ਉਸ ਨੂੰ ਪਰਮਾਨੈਂਟਲੀ ਬੈਨ ਕਰਵਾਤਾ ਜੀ।
ਔਰ ਉਸ ਤੋਂ ਬਾਅਦ ਫਿਰ ਹਮਲਾ ਕਰਦੇ। ਵੈਸੇ ਤਾਂ 100 ਦੇ ਕਰੀਬ ਟਵਿੱਟਰ ਹੈਂਡਲਸ ਵਿਦ ਹੋਲਡ ਕੀਤੇ ਗਏ ਨੇ, ਪਰ ਉਹਨਾਂ 'ਚ ਸਭ ਤੋਂ ਇੰਪੋਰਟੈਂਟ ਜਿਹੜਾ ਵਾ ਉਹ ਟਰੈਕਟਰ ਟੂ ਟਵਿੱਟਰ ਔਰ ਕਿਸਾਨ ਏਕਤਾ ਮੋਰਚਾ, ਜਿਨ੍ਹਾਂ ਨੇ 1.25 ਸਾਲ ਲੜਾਈ ਲੜੀ ਜੀ, 600-700 ਬੰਦਾ ਮਰ ਗਿਆ, ਉਹਨਾਂ ਦਾ ਟਵਿੱਟਰ ਹੈਂਡਲ ਵੀ ਜਿਹੜਾ ਹੈਗਾ ਉਹਨੂੰ ਵਿਦ ਹੋਲਡ ਕਰਤਾ ਜੀ ਔਨ ਦ ਕੰਪਲੇਂਟ ਆਫ ਬੀਜੇਪੀ ਗਵਰਨਮੈਂਟ। ਜਿੱਦਾਂ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਸਪੀਕਰ ਸਾਹਿਬ, ਇੱਕ ਉਸੇ ਹੀ ਰੈਜ਼ੋਲੂਸ਼ਨ ਵਿੱਚ ਜੇ ਚੀਫ ਮਿਨਿਸਟਰ ਸਾਹਿਬ ਜਿਹੜਾ ਲੀਡਰ ਆਫ ਆਪੋਜੀਸ਼ਨ ਨੇ ਆਰਮੀ ਰਿਕਰੂਟਮੈਂਟ ਜਿਹੜੀ ਉਹਦੇ ਤੇ ਮਸਲਾ ਉਠਾਇਆ, ਉਸੇ ਰੈਜ਼ੋਲੂਸ਼ਨ ਦੇ ਵਿੱਚ ਇਸ ਨੂੰ ਵੀ ਕੰਡੈਮ ਕੀਤਾ ਜਾਵੇ ਜੀ। ਇਹ ਤਾਂ ਫੰਡਾਮੈਂਟਲ ਹਕੂਕ ਆ, ਇਹਦਾ ਮਤਲਬ ਅਸੀਂ ਬੋਲ ਹੀ ਨਹੀਂ ਸਕਦੇ। ਇਹਦਾ ਸੰਵਿਧਾਨ ਸਾਨੂੰ ਪ੍ਰੋਵਾਈਡ ਕੀਤਾ ਕਿ ਰਾਈਟ ਟੂ ਫਰੀडम ਆਫ ਸਪੀਚ। ਹੁਣ ਟਵਿੱਟਰ ਵੀ ਬੰਦ ਕਰਤਾ, ਇਸਰਾਇਲ ਵੀ ਚੱਕਤਾ, ਮੂਸੇ ਵਾਲਾ ਉਹਦਾ ਜਿਹੜਾ ਗੀਤ ਹੈ ਉਹਨੂੰ ਬਿਲਕੁਲ ਹੀ ਬੈਨ ਕਰਤਾ ਜੀ। ਸੋ ਮੇਰੀ ਤੁਹਾਨੂੰ ਬੜੀ ਪੁਰਜ਼ੋਰ ਬੇਨਤੀ ਸਪੀਕਰ ਸਾਹਿਬ ਤੁਹਾਡੇ ਜ਼ਰੀਏ। ਤੇ ਸਿੱਧੂ ਮੂਸੇਵਾਲੇ ਦੇ ਗੀਤ ਨਾਲ ਜੁੜੀ ਜਿਹੜੀ ਖਬਰ ਹੈ ਉਹ ਹਰਿਆਣਾ ਤੋਂ ਵੀ ਸਾਹਮਣੇ ਆ ਰਹੀ ਹੈ ਤੇ ਸਿੱਧੂ ਮੂਸੇਵਾਲੇ ਦੇ ਗੀਤ ਦੇ ਵਿਰੋਧ ਦੇ ਵਿੱਚ ਗੀਤ ਲੈ ਕੇ ਆਏ ਹਰਿਆਣਾ ਦੇ ਇੱਕ ਗਾਇਕ ਤੇ ਵੀ ਇਲਜ਼ਾਮ ਲੱਗੇ ਨੇ। ਇੱਕ ਯੂਟਿਊਬਰ ਨੇ ਦੋਸ਼ ਲਾਇਆ ਹੈ ਕਿ ਉਸਨੇ ਆਪਣੇ ਗਾਣੇ ਦੇ ਵਿੱਚ ਉਸ ਦੀ ਕੋਈ ਕਲਿੱਪ ਹੈ ਜਿਹੜੀ ਗਲਤ ਤਰੀਕੇ ਦੇ ਨਾਲ ਵਰਤੀ ਹੈ। ਯੂਟਿਊਬਰ ਰਾਜੇਸ਼ ਕੁੰਡੂ ਨੇ SYL ਤੇ ਗੀਤ ਰਿਲੀਜ਼ ਕਰਨ ਵਾਲੇ ਜੀਨ ਦੇ ਗਾਇਕ ਨਾਮ ਹੈ ਰਮਕੇਸ਼ ਜੀਵਨਪੁਰ ਵਾਲਾ, ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਦੋਸ਼ ਲਾਇਆ ਕਿ ਜੀਵਨਪੁਰ ਵਾਲਾ ਨੇ ਹਰਿਆਣਾ ਦੇ ਇੱਕ ਕਿਸਾਨ ਦੀ ਕਲਿੱਪ ਦਿਖਾਈ ਹੈ ਜੋ ਉਸ ਦੇ ਚੈਨਲ ਦਾ ਇੰਕ ਤੋਂ ਲਈ ਗਈ ਹੈ। ਕੁੰਡੂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਇੰਟਰਵਿਊ ਉਹਨੇ ਕੀਤਾ ਸੀ, ਹਰਿਆਣਾ ਤੇ ਪੰਜਾਬ ਦੀ ਏਕਤਾ ਦੀ ਇਹ ਕਿਸਾਨ ਪੁਸ਼ਟੀ ਕਰ ਰਿਹਾ ਸੀ, ਪਰ ਉਸ ਦੀ ਕਲਿੱਪ ਜੀਵਨਪੁਰ ਵਾਲਾ ਦੇ ਗਾਣੇ ਦੇ ਵਿੱਚ ਦਿਖਾਈ ਗਈ ਹੈ ਤੇ ਗਲਤ ਤਰੀਕੇ ਦੇ ਨਾਲ ਵਰਤੀ ਗਈ ਹੈ, ਜਿਸ ਵਿੱਚ SYL ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੀ ਵੰਡ ਦੀ ਗੱਲ ਕੀਤੀ ਹੈ। ਕੁੰਡੂ ਨੇ ਦੋਸ਼ ਲਾਇਆ ਕਿ ਕਿਸਾਨਾਂ ਦੀਆਂ ਭਾਵਨਾਵਾਂ ਦਾ ਪੂਰੀ ਤਰ੍ਹਾਂ ਦੇ ਨਾਲ ਗਲਤ ਤਰੀਕੇ ਨਾਲ ਚਿੱਤਰਣ ਹੈ, ਕਿਉਂਕਿ ਸਿੰਘੂ ਬਾਰਡਰ ਤੇ ਤਾਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਮੁੜ ਤੋਂ ਇਕੱਠੇ ਹੋ ਗਏ ਸੀ, ਜਦਕਿ ਆਪਣੇ ਗਾਣੇ ਦੇ ਵਿੱਚ ਉਹਨਾਂ ਕਿਸਾਨਾਂ ਦੀ ਫੋਟੋ ਦਿਖਾ ਕੇ ਕਿਸਾਨਾਂ ਨੂੰ ਵੰਡੇ ਜਾਣ ਦੀ ਗੱਲ ਕਰ ਰਿਹਾ ਹੈ। ਸੋ SYL ਦਾ ਜਿਹੜਾ ਮੁੱਦਾ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਬੜਾ ਭਖਦਾ ਮੁੱਦਾ ਹੈ। ਸਿਆਸਤਦਾਨ ਇਹਨਾਂ ਮੁੱਦਿਆਂ ਤੇ ਸਿਆਸਤ ਕਰਦੇ ਨੇ, ਲੋਕਾਂ ਨੂੰ ਆਪਸ ਦੇ ਵਿੱਚ ਲੜਾਉਂਦੇ ਨੇ, ਪਰ ਕਿਸਾਨ ਮੋਰਚੇ ਨੇ ਕਾਫੀ ਕੁਝ ਇਕੱਠਾ ਕੀਤਾ ਹੈ। ਪੰਜਾਬ ਤੇ ਹਰਿਆਣਾ ਜਿਸ ਤਰੀਕੇ ਦੇ ਨਾਲ ਇਕੱਠਾ ਹੋਇਆ ਹੈ ਉਸ ਨੂੰ ਹੁਣ ਇਹ ਲੀਡਰ ਜਾਂ ਫਿਰ ਪਾੜਨ ਵਾਲੀ ਬਿਰਤੀ ਵਾਲੇ ਲੋਕ ਨੇ ਜਿਹੜੇ ਉਹ ਇੰਨੀ ਛੇਤੀ ਤਾਂ ਤੋੜ ਨਹੀਂ ਸਕਦੇ। ਤੇ SYL ਦੇ ਨਾਲੋਂ ਵੀ ਵੱਡੀ ਜਿਹੜੀ ਗੱਲ ਇਸ ਗਾਣੇ ਦੇ ਵਿੱਚ ਕੀਤੀ ਗਈ ਹੈ SYL ਦੇ ਵਿੱਚ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਾਨੂੰ ਸਾਰਾ ਇਕੱਠਾ ਚਾਹੀਦਾ ਹੈ, ਸੋਵਰੇਨਿਟੀ ਚਾਹੀਦੀ ਹੈ, ਖੁਦ ਮੁਖਤਿਆਰੀ ਚਾਹੀਦੀ ਹੈ। ਇਹ ਬਹੁਤ ਵੱਡੀ ਗੱਲ ਹੈ। ਬਜਟ ਪੇਸ਼ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਨਵੇਂ ਵਿਵਾਦ ਦੇ ਵਿੱਚ ਵੀ ਘਿਰ ਗਈ ਹੈ, ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਵਾਰ ਪਹਿਲੀ ਵਾਰੀ ਪੇਪਰ ਰਹਿਤ ਬਜਟ ਪੇਸ਼ ਕੀਤਾ ਗਿਆ, ਜਿਹਦੇ ਨਾਲ 21 ਲੱਖ ਰੁਪਏ ਤੇ 800 ਰੁੱਖਾਂ ਦੀ ਬਚਤ ਹੋਈ ਹੈ। ਪਰ ਇੱਕ RTI ਦੇ ਵਿੱਚ ਜਿਹੜਾ ਖੁਲਾਸਾ ਹੋਇਆ ਉਹ ਸੱਚਮੁੱਚ ਵੱਡੇ ਸਵਾਲ ਖੜੇ ਕਰਦਾ ਹੈ। RTI ਦੇ ਮੁਤਾਬਿਕ ਸਰਕਾਰ ਨੇ ਤਾਂ 42 ਲੱਖ ਰੁਪਏ ਤੋਂ ਵੱਧ ਰੁਪਏ ਬਜਟ ਬਾਰੇ ਸਿਰਫ ਲੋਕਾਂ ਦੇ ਸੁਝਾਅ ਲੈਣ ਤੇ ਹੀ ਖਰਚ ਕਰ ਦਿੱਤੇ। ਜਿਨ੍ਹਾਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਗਏ ਉਹਨਾਂ ਵਿੱਚ ਹਿਮਾਚਲ ਦੇ ਅਖਬਾਰ ਵੀ ਸ਼ਾਮਿਲ ਨੇ। ਸਵਾਲ ਉੱਠ ਰਹੇ ਨੇ ਕਿ ਪੰਜਾਬ ਦੇ ਬਜਟ ਦਾ ਹਿਮਾਚਲ ਵਿੱਚ ਪ੍ਰਚਾਰ ਕਿਉਂ ਕੀਤਾ ਗਿਆ? ਕੀ ਪੰਜਾਬ ਦੇ ਬਜਟ ਲਈ ਹਿਮਾਚਲ ਦੇ ਲੋਕਾਂ ਤੋਂ ਵੀ ਸੁਝਾਅ ਮੰਗੇ ਗਏ ਸੀ? ਮਾਨਸਾ ਦੇ ਰਹਿਣ ਵਾਲੇ ਮਾਨਿਕ ਗੋਇਲ ਨੇ RTI ਪਾ ਕੇ ਜਾਣਕਾਰੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਿਹਾ ਸੀ ਕਿ ਇੱਕ ਪਾਸੇ ਬਜਟ ਪੇਪਰ ਰਹਿਤ ਹੋਣ ਦੀ ਗੱਲ ਕੀਤੀ ਗਈ ਹੈ, ਭਾਵੇਂ ਐਪ ਬਣ ਗਈ ਪਰ ਫਿਰ ਵੀ ਕਾਗਜ਼ਾਂ ਤੇ ਵੀ ਬਜਟ ਛਾਪਿਆ ਗਿਆ ਹੈ। ਰਾਜਾ ਵੜਿੰਗ ਨੇ ਇਸ ਦੀ ਕਾਪੀ ਵੀ ਦਿਖਾਈ ਸੀ ਅਤੇ ਮੰਗਲਵਾਰ ਨੂੰ ਵੀ ਰਾਜਾ ਵੜਿੰਗ ਨੇ ਇਸ ਮਸਲੇ ਦੇ ਉੱਤੇ ਸਵਾਲ ਚੁੱਕੇ ਸਨ। 29 ਕਰੋੜ ਰੁਪਇਆ 3 ਮਹੀਨਿਆਂ ਚ RTI ਦੀ ਇਨਫੋਰਮੇਸ਼ਨ ਦੇ ਮੁਤਾਬਕ ਤੁਸੀਂ ਹੁਣ ਤੱਕ ਇਸ਼ਤਿਹਾਰਾਂ ਤੇ ਲਾ ਚੁੱਕੇ ਹੋ। ਵੇਸਟੇਜ ਆਫ ਮਨੀ ਤੇ ਜਿਹੜੀ ਮਸ਼ਹੂਰੀ ਕੌਣ ਦਿੰਦਾ ਸਪੀਕਰ ਸਾਹਿਬ? ਜਿਹੜੀ ਕੰਪਨੀ ਚੱਲ ਨਾ ਰਹੀ ਹੋਵੇ ਸਪੀਕਰ ਸਾਹਿਬ, ਉਹ ਮਸ਼ਹੂਰੀ ਦਿੰਦੀ ਹੈ। ਤੇ ਗੁਜਰਾਤ ਚ ਤੇ ਹਿਮਾਚਲ ਚ ਤੇ ਬਜਟ ਪੰਜਾਬ ਦਾ ਪੇਸ਼ ਹੋਇਆ ਸਪੀਕਰ ਸਾਹਿਬ ਆ ਪੇਪਰਲੈਸ ਹੈ। ਇਸੇ ਤਰ੍ਹਾਂ ਸਾਬਕਾ MP ਧਰਮਵੀਰ ਗਾਂਧੀ ਨੇ ਵੀ ਇਸ ਮਾਮਲੇ ਤੇ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਨੇ ਪੇਪਰਲੈਸ ਬਜਟ ਪੇਸ਼ ਕਰਕੇ 20 ਲੱਖ ਰੁਪਏ ਬਚਾਏ ਨੇ, ਪਰ ਅਖਬਾਰਾਂ ਦੇ ਵਿੱਚ ਆਪਣੀ ਮਸ਼ਹੂਰੀ ਲਈ ਕਰੋੜਾਂ ਰੁਪਏ ਦੇ ਇਸ਼ਤਿਹਾਰ ਵੀ ਛਪਵਾ ਲਏ। ਗਾਂਧੀ ਨੇ ਆਪਣੇ Facebook ਪੇਜ ਤੇ ਵੱਖ-ਵੱਖ ਅਖਬਾਰਾਂ ਉੱਤੇ ਛਪੇ ਇਸ਼ਤਿਹਾਰਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਪੇਪਰਲੈਸ ਬਜਟ ਨਾਲ 20 ਲੱਖ ਰੁਪਏ ਬਚਾ ਕੇ ਅਖਬਾਰਾਂ ਦੇ ਇਸ਼ਤਿਹਾਰਾਂ ਤੇ ਲੱਖਾਂ ਕਰੋੜਾਂ ਰੁਪਏ ਉਡਾਉਣ ਦਾ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਤੇ ਇਤਿਹਾਸਿਕ ਫੈਸਲਾ। ਕਹਿੰਦੇ ਹਾਲੇ ਕੱਲ ਹੀ ਲੋਕਾਂ ਦੱਸਿਆ ਵੀ ਭਾਈ ਬੰਦੇ ਬਣ ਜੋ, ਲੋਕਾਂ ਨੂੰ ਬਹੁਤ ਆਸਾਂ ਨੇ, ਇਹ ਆਸਾਂ ਥੁੱਕ ਦੇ ਬੜੇ ਪਕਾ ਕੇ ਨਹੀਂ ਪੂਰੀਆਂ ਹੋਣੀਆਂ। ਬਾਕੀ ਅੱਜ ਕੱਲ ਮੀਡੀਆ ਮੈਨੇਜ ਨਹੀਂ ਹੋ ਪਾਏਗਾ ਕਿਉਂਕਿ ਹਰ ਵਿਅਕਤੀ ਹੀ ਮੀਡੀਆ ਬਣ ਚੁੱਕਿਆ, ਯਾਨੀ ਕਿ ਵੱਡੇ ਪੱਤਰਕਾਰੀ ਘਰਾਣਿਆਂ ਦੇ ਮੁਕਾਬਲਤਨ ਲੋਕ ਪੱਖੀ ਸਿਟੀਜ਼ਨ ਜਰਨਲਿਜ਼ਮ ਹੋ ਰਿਹਾ ਹੈ। ਸੋ ਕੰਮ ਕਰੋ, ਪੰਜਾਬ ਦੀ ਗੱਲ ਕਰੋ, ਟਾਕੀ ਚੋਂ ਲਮਕਣਾ ਬੰਦ ਕਰੋ।
ਇਹ ਡਾਕਟਰ ਧਰਮਵੀਰ ਗਾਂਧੀ ਦੀ ਆਪਣੀ ਪੋਸਟ ਹੈ ਜਿਸ ਨੂੰ ਅਸੀਂ ਇਨ-ਬਿਨ ਪੜ੍ਹ ਕੇ ਸੁਣਾਇਆ ਹੈ। ਡੇਰਾਬੱਸੀ ਤੋਂ ਖਬਰ ਹੈ ਜਿੱਥੇ ਹੈਬਤਪੁਰ ਰੋਡ ਤੇ ਨੌਜਵਾਨ ਦੀ ਤਲਾਸ਼ੀ ਲੈਣ ਵੇਲੇ ਸੋਮਵਾਰ ਨੂੰ ਹੋਈ ਤਕਰਾਰ ਵੇਲੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਮੁਬਾਰਕਪੁਰ ਚੌਂਕੀ ਇੰਚਾਰਜ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਸਸਪੈਂਡ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਹੈ। ਡੇਰਾਬੱਸੀ ਦੇ ਡੀਐਸਪੀ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਜਾਂਚ ਲਈ 3 ਮੈਂਬਰੀ ਸਿੱਟ ਵੀ ਕਾਇਮ ਕਰ ਦਿੱਤੀ ਗਈ ਹੈ ਜਿਹੜੀ 30 ਜੂਨ ਤੱਕ ਆਪਣੀ ਰਿਪੋਰਟ ਦੇਵੇਗੀ। ਸਿੱਟ ਦੀ ਅਗਵਾਈ ਜ਼ਿਲ੍ਹਾ ਮੋਹਾਲੀ ਦੇ ਐਸਪੀ ਹੈੱਡਕੁਆਰਟਰ ਕਰਨਗੇ। ਟੀਮ ਵਿੱਚ ਡੀਐਸਪੀ ਡੇਰਾਬੱਸੀ ਤੇ ਡੀਐਸਪੀ ਮੁੱਲਾਂਪੁਰ ਸ਼ਾਮਲ ਨੇ। ਦਰਅਸਲ ਲੰਘੇ ਦਿਨੀ ਜਦੋਂ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਸਰਕਾਰੀ ਗੱਡੀ ਵਿੱਚ ਗਸ਼ਤ ਕਰ ਰਹੇ ਸੀ ਤਾਂ ਹੈਬਤਪੁਰ ਰੋਡ ਤੇ ਗੁਲਮੋਹਰ ਸਿਟੀ ਦੇ ਕੋਲ ਬੈਗ ਲਈ ਇੱਕ ਮੁੰਡਾ ਕੁੜੀ ਖੜੇ ਸੀ। ਇੰਚਾਰਜ ਨੇ ਕਹਿੰਦੇ ਉਹਨਾਂ ਨੂੰ ਤਲਾਸ਼ੀ ਲੈਣ ਦੀ ਗੱਲ ਆਖੀ ਤਾਂ ਤਕਰਾਰ ਹੋ ਗਈ। ਤਕਰਾਰ ਕਾਫੀ ਵੱਧ ਗਈ। ਵਿਵਾਦ ਇੰਨਾ ਵਧਿਆ ਕਿ ਨੌਜਵਾਨ ਨੇੜੇ ਸੁਸਾਇਟੀ ਤੋਂ ਨਾਲ ਖੜੀ ਕੁੜੀ ਦੇ ਭਰਾ ਨੂੰ ਲੈ ਕੇ ਆ ਗਿਆ ਜਿਨ੍ਹਾਂ ਵੱਲੋਂ ਆਉਂਦੇ ਹੀ ਚੌਂਕੀ ਇੰਚਾਰਜ ਦੇ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਗਿਆ। ਉਹ ਲਗਾਤਾਰ ਵੀਡੀਓਜ਼ ਤੁਸੀਂ ਦੇਖੀਆਂ ਹੋਣੀਆਂ। ਅਸੀਂ ਇਹਦੇ ਵਿੱਚ ਖੂਨ ਖਰਾਬਾ ਹੋਣ ਕਰਕੇ ਵੀਡੀਓ ਦਿਖਾ ਨਹੀਂ ਸਕਦੇ। ਉਹਦੇ ਵਿੱਚ ਜਿਹੜਾ ਨੌਜਵਾਨ ਹੈ ਕੁੜੀ ਦਾ ਭਰਾ ਹੈ ਉਹ ਲਗਾਤਾਰ ਪੁਲਿਸ ਨੂੰ ਕਹਿ ਰਿਹਾ ਸੀ ਕਿ ਤੂੰ ਮੇਰੇ ਗੋਲੀ ਮਾਰ। ਇਸ ਤਰ੍ਹਾਂ ਕਰਦੇ ਕਰਦੇ ਪੁਲਿਸ ਕਰਮੀ ਦੇ ਨਾਲ ਉਹ ਖੈਬੜ ਪਏ ਤੇ ਜਦੋਂ ਉਹ ਲਗਾਤਾਰ ਪ੍ਰਵੋਕ ਕਰ ਰਿਹਾ ਸੀ ਕਿ ਮੇਰੇ ਗੋਲੀ ਮਾਰ ਤਾਂ ਉਸ ਏਐਸਆਈ ਨੇ ਗੋਲੀ ਚਲਾ ਦਿੱਤੀ ਜਿਹੜੀ ਉਹਦੀ ਪੱਟ ਦੇ ਵਿੱਚ ਲੱਗੀ ਜਾ ਕੇ ਤੇ ਉੱਥੇ ਖੂਨੋ ਖੂਨ ਹੋ ਗਿਆ। ਇਸੇ ਦਰਮਿਆਨ ਹੋਰ ਵੀ ਝਗੜਾ ਹੋਇਆ ਸੀ ਤੇ ਮਗਰੋਂ ਰੋਹ ਵਿੱਚ ਆਏ ਪਰਿਵਾਰ ਨੇ ਪੁਲਿਸ ਦੀ ਗੱਡੀ ਭੰਨ ਦਿੱਤੀ ਸੀ। ਪੁਲਿਸ ਮੁਲਾਜ਼ਮ ਦੀ ਕਥਿਤ ਕੁੱਟਮਾਰ ਵੀ ਕੀਤੀ ਸੀ। ਜ਼ਖਮੀ ਹੈ ਜਿਸ ਦੇ ਗੋਲੀ ਲੱਗੀ ਸੀ ਕੁੜੀ ਦਾ ਭਰਾ ਉਹ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਕਰਵਾ ਰਿਹਾ ਹੈ। ਹਾਲਤ ਖਤਰੇ ਤੋਂ ਬਾਹਰ ਹੈ ਅਤੇ ਪਰਿਵਾਰ ਦਾ ਇੱਕ ਅੱਧਾ ਹੋਰ ਮੈਂਬਰ ਵੀ ਜ਼ਖਮੀ ਹੋਇਆ ਹੈ। ਸਾਰੇ ਘਟਨਾਕ੍ਰਮ ਦੇ ਵਿੱਚ ਸਾਰੇ ਹਸਪਤਾਲ ਦੇ ਵਿੱਚ ਦਾਖਲ ਨੇ। ਲੋਕ ਸਭਾ ਹਲਕਾ ਸੰਗਰੂਰ ਤੋਂ ਵੱਡੀਆਂ ਪਾਰਟੀਆਂ ਨੂੰ ਹਰਾ ਕੇ ਐਮਪੀ ਦੀ ਚੋਣ ਜਿੱਤਣ ਵਾਲੇ ਸਿਮਰਨਜੀਤ ਸਿੰਘ ਮਾਨ ਕਰੋਨਾ ਦੀ ਲਪੇਟ ਵਿੱਚ ਆ ਗਏ ਨੇ। ਉਹਨਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਵੋਟਾਂ ਦੀ ਗਿਣਤੀ ਵਾਲੇ ਦਿਨ ਐਤਵਾਰ ਤੋਂ ਹੀ ਗਲੇ ਦੀ ਤਕਲੀਫ ਦੇ ਨਾਲ ਜੂਝ ਰਹੇ ਸੀ। ਡਾਕਟਰਾਂ ਨੇ 7 ਦਿਨਾਂ ਦੇ ਲਈ ਮਾਨ ਨੂੰ ਇਕਾਂਤਵਾਸ ਵਿੱਚ ਜਾਣ ਦੀ ਸਲਾਹ ਦਿੱਤੀ ਹੈ ਤੇ ਐਮਪੀ ਮਾਨ ਨੇ ਆਪਣੇ ਟਵੀਟ ਦੇ ਵਿੱਚ ਦੱਸਿਆ ਹੈ ਕਿ ਉਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਗਲੇ ਵਿੱਚ ਇਨਫੈਕਸ਼ਨ ਹੋ ਰਹੀ ਸੀ। ਰਿਪੋਰਟ ਕੋਵਿਡ ਪੋਜ਼ਿਟਿਵ ਆਈ ਹੈ। ਉਹਨਾਂ ਨੇ ਸਾਰੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਮੈਂ ਠੀਕ ਮਹਿਸੂਸ ਕਰ ਰਿਹਾ, 7 ਦਿਨਾਂ ਬਾਅਦ ਲੋਕਾਂ ਨੂੰ ਮਿਲਣਾ ਸ਼ੁਰੂ ਕਰਾਂਗਾ। ਕਰੋਨਾ ਦੀ ਸ਼ਿਕਾਇਤ ਤੋਂ ਬਾਅਦ ਡਾਕਟਰਾਂ ਨੇ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਜਾਂਚ ਕਰਾਉਣ ਦੀ ਸਲਾਹ ਵੀ ਦਿੱਤੀ ਤੇ ਇੱਥੇ ਸਿਹਤ ਵਿਭਾਗ ਹੁਣ ਜ਼ਰੂਰ ਹਰਕਤ ਦੇ ਵਿੱਚ ਆਏਗਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੂੰ ਜੇ ਕਰੋਨਾ ਹੋਇਆ ਤਾਂ ਉਹ ਵੋਟਾਂ ਦੇ ਨਤੀਜੇ ਵਾਲੇ ਦਿਨ ਬਹੁਤ ਸਾਰੇ ਲੋਕਾਂ ਦੇ ਸੰਪਰਕ ਦੇ ਵਿੱਚ ਆਏ ਨੇ। ਅਜਿਹੇ ਵਿੱਚ ਸਿਹਤ ਵਿਭਾਗ ਨੇ ਕੀ ਕਰਨਾ ਹੈ ਇਹ ਤਾਂ ਹੁਣ ਵਿਭਾਗ ਨੇ ਦੇਖਣਾ ਹੈ। ਕੇਂਦਰ ਸਰਕਾਰ ਨੇ ਦਿੱਲੀ ਮੈਟਰੋ ਸਰਕਾਰੀ ਅਦਾਰਿਆਂ ਤੇ ਵੀਆਈਪੀ ਸੁਰੱਖਿਆ ਦੇ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਦੇ ਜਵਾਨਾਂ ਦੇ ਲਈ 3200 ਵਾਧੂ ਬੁਲਟ ਪ੍ਰੂਫ ਜੈਕਟਾਂ ਅਤੇ ਹੈਲਮਟ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਖਰੀਦ 16 ਕਰੋੜ 51 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਦੇ ਨਾਲ ਕੀਤੀ ਜਾਏਗੀ। ਅਮਰੀਕਾ ਦੇ ਵਿੱਚ ਸੰਘੀ ਗ੍ਰੈਂਡ ਜਿਊਰੀ ਨੇ ਨਿਊਯਾਰਕ ਦੇ ਵਿਅਕਤੀ ਨੂੰ ਭਾਰਤ ਤੋਂ ਨਸ਼ੀਲੇ ਪਦਾਰਥ ਸਮਗਲ ਕਰਨ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਠਹਿਰਾਇਆ ਹੈ। ਨਿਊਯਾਰਕ ਸਿਟੀ ਦੇ ਕੁਈਨਸ ਦੇ ਰਹਿਣ ਵਾਲੇ ਏਜਲ ਸੇਜ਼ੀਅਨ ਕਮਲਦਾਸ ਨੂੰ ਇਸ ਮਾਮਲੇ ਦੇ ਵਿੱਚ 50 ਸਾਲ ਤੱਕ ਦੀ ਕੈਦ ਹੋ ਸਕਦੀ ਹੈ। 올림픽ਸ ਅਤੇ ਵਿਸ਼ਵ ਕੱਪ ਤਮਗਾ ਜੇਤੂ ਟੀਮ ਦਾ ਹਿੱਸਾ ਰਹੇ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਮੰਗਲਵਾਰ ਸਵੇਰੇ ਜਲੰਧਰ ਦੇ ਵਿੱਚ ਦੇਹਾਂਤ ਹੋ ਗਿਆ। 1970 ਦੇ ਦਹਾਕੇ ਦੇ ਵਿੱਚ ਭਾਰਤ ਦੀਆਂ ਕਈ ਯਾਦਗਾਰ ਜਿੱਤਾਂ ਦਾ ਹਿੱਸਾ ਰਹੇ ਵਰਿੰਦਰ ਸਿੰਘ ਦੀ ਉਮਰ 75 ਸਾਲ ਦੀ ਸੀ। ਵਰਿੰਦਰ 1975 ਵਿੱਚ ਕੁਆਲਾਲੰਪੁਰ ਦੇ ਵਿੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਇਸ ਵਕਾਰੀ ਟੂਰਨਾਮੈਂਟ ਦੇ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਇਕਲੌਤਾ ਸੋਨ ਤਗਮਾ ਹੈ। ਚੰਡੀਗੜ੍ਹ ਦੇ ਵਿੱਚ GST ਕੌਂਸਲ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਜਿਹੜੀ ਕਿ 29 ਜੂਨ ਤੱਕ ਚੱਲਦੀ ਰਹੇਗੀ। 47ਵੀਂ ਮੀਟਿੰਗ ਹੋ ਰਹੀ ਹੈ। GST ਕੌਂਸਲ ਦੀ 6 ਮਹੀਨਿਆਂ ਦੇ ਬਾਅਦ ਇਹ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਦੇ ਵਿੱਚ ਕੁਝ ਵਸਤੂਆਂ ਦੀਆਂ ਟੈਕਸ ਦਰਾਂ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਬੈਠਕ ਦੌਰਾਨ ਸੂਬਿਆਂ ਨੂੰ ਮੁਆਵਜ਼ਾ ਅਤੇ ਛੋਟੇ ਈ-ਕਮਰਸ ਸਪਲਾਇਰਾਂ ਦੇ ਰਜਿਸਟ੍ਰੇਸ਼ਨ ਨਿਯਮਾਂ ਦੇ ਵਿੱਚ ਰਾਹਤ ਵਰਗੇ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਏਗੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਾਲੀ ਅਤੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕਰਨ ਵਾਲੀ ਇਹ ਮੀਟਿੰਗ ਕਾਫੀ ਅਹਿਮ ਦੱਸੀ ਜਾ ਰਹੀ ਹੈ। ਇਸ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਹਿੱਸਾ ਲੈ ਰਹੇ ਨੇ। ਮੁੰਬਈ ਦੇ ਵਿੱਚ ਸੋਮਵਾਰ ਦੇਰ ਰਾਤ 4 ਮੰਜ਼ਲਾ ਰਿਹਾਇਸ਼ੀ ਇਮਾਰਤ ਢਹਿਣ ਦੇ ਨਾਲ 2 ਜਣਿਆਂ ਦੀ ਮੌਤ ਹੋ ਗਈ, 12 ਹੋਰ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਰਲਾ ਦੀ ਨਾਇਕ ਮਿਊਨਿਸਪਲ ਸੁਸਾਇਟੀ ਦੇ ਵਿੱਚ ਸਥਿਤ ਰਿਹਾਇਸ਼ੀ ਇਮਾਰਤ ਦਾ ਹਿੱਸਾ ਦੇਰ ਰਾਤ ਢਹਿ ਗਿਆ। ਜ਼ਖਮੀਆਂ ਨੂੰ ਘਾਟ, ਕੋਪਰ ਅਤੇ ਸਾਇਮ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ। ਗੁਜਰਾਤ ਦੇ ਭਾਵਨਗਰ ਤੋਂ ਖਬਰ ਹੈ ਜਿੱਥੇ ਇੱਕ ਕਾਲਜ ਪ੍ਰਿੰਸੀਪਲ ਦੇ ਵੱਲੋਂ ਨੋਟਿਸ ਜਾਰੀ ਕਰਕੇ ਵਿਦਿਆਰਥੀਆਂ ਨੂੰ BJP ਪਾਰਟੀ ਜੁਆਇਨ ਕਰਨ ਦੇ ਲਈ ਕਿਹਾ ਗਿਆ।
ਇਹ ਹਾਲਾਤ ਬਣ ਗਏ ਨੇ ਮੁਲਕ ਦੇ ਕਿ ਬੀਜੇਪੀ ਹੈ ਜਿਹੜੀ ਉਹ ਕਾਲਜਾਂ ਦਾ ਸਹਾਰਾ ਲੈ ਰਹੀ ਹੈ। ਹੁਣ ਅੰਗਰੇਜ਼ੀ ਅਖਬਾਰ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪੀ ਖਬਰ ਦੇ ਮੁਤਾਬਿਕ ਜਦੋਂ ਇਹ ਨੋਟਿਸ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਪ੍ਰਿੰਸੀਪਲ ਨੇ ਅਸਤੀਫਾ ਦੇ ਦਿੱਤਾ ਤੇ ਇਹ ਉਸ ਸਮੇਂ ਦਰਮਿਆਨ ਹੋਇਆ ਜਦੋਂ ਗੁਜਰਾਤ ਦੇ ਵਿੱਚ ਸਾਲ ਦੇ ਅਖੀਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ। ਭਾਵਨਗਰ ਦੇ ਸ਼੍ਰੀਮਤੀ ਨਰਮਦਾ ਬਾਈ ਚਤਰਭੁਜ ਗਾਂਧੀ ਮਹਿਲਾ ਕਾਲਜ ਦੀ ਪ੍ਰਿੰਸੀਪਲ ਰਜਨੀ ਬਾਲਾ ਗੋਹਿਲ ਨੇ ਨੋਟਿਸ ਜਾਰੀ ਕੀਤਾ ਕਿ ਵਿਦਿਆਰਥਣਾਂ ਆਪਣੀ ਪਾਸਪੋਰਟ ਸਾਈਜ਼ ਫੋਟੋ ਤੇ ਮੋਬਾਈਲ ਫੋਨ ਕਾਲਜ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਬੀਜੇਪੀ ਦੀ ਮੈਂਬਰਸ਼ਿਪ ਦਿੱਤੀ ਜਾ ਸਕੇ। ਇਹ ਨੋਟਿਸ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿਸ ਤੋਂ ਬਾਅਦ ਕਾਲਜ ਦੇ ਪ੍ਰਸ਼ਾਸਨ ਨੂੰ ਮਹਾਰਾਜ ਕ੍ਰਿਸ਼ਨ ਕੁਮਾਰ ਸਿਨਹਾ ਜੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਸੰਮਨ ਭੇਜਿਆ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ਮੂਹਰੇ ਪੇਸ਼ ਹੋਣ ਤੋਂ ਪਹਿਲਾਂ ਹੀ ਪ੍ਰਿੰਸੀਪਲ ਨੇ ਅਸਤੀਫਾ ਦੇ ਦਿੱਤਾ। ਕਾਲਜ ਟਰਸਟ ਦੇ ਮੈਂਬਰ ਧਿਰੇਂਦਰ ਵੇਸਨ ਨੇ ਦੱਸਿਆ ਕਿ ਨੈਤਿਕ ਆਧਾਰ ਤੇ ਕਾਲਜ ਪ੍ਰਿੰਸੀਪਲ ਨੇ ਅਸਤੀਫਾ ਦਿੱਤਾ ਹੈ। ਪੰਜਾਬ ਦੇ ਲੋਕ ਜਦੋਂ ਮੰਗਲਵਾਰ ਤੜਕੇ ਆਪਣੇ ਕੰਮਾਂ ਤੇ ਜਾਣ ਦੀ ਤਿਆਰੀ ਕਰ ਰਹੇ ਸੀ ਤਾਂ ਉਹਨਾਂ ਨੂੰ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਹੋਏ। ਝਟਕੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮਹਿਸੂਸ ਕੀਤੇ ਗਏ। ਸਵੇਰੇ 10:04 ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਰਫ਼ਤਾਰ 3.9 ਮੈਗਨੀਟਿਊਡ ਦੱਸੀ ਗਈ। ਹੁਣ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਰਿਹਾ ਹੈ। ਭੂਚਾਲ ਦਾ ਕੇਂਦਰ ਹੈ ਜਿਹੜਾ ਪਾਕਿਸਤਾਨ ਦਾ ਇੱਕ ਸ਼ਹਿਰ ਦੱਸਿਆ ਗਿਆ ਹੈ। ਪਾਕਿਸਤਾਨ ਦੇ ਲਾਹੌਰ ਸ਼ਹਿਰ ਦਾ ਉੱਤਰੀ ਇਲਾਕਾ ਭੂਚਾਲ ਦਾ ਕੇਂਦਰ ਰਿਹਾ, ਪੰਜਾਬ ਤੋਂ 18 ਕਿਲੋਮੀਟਰ ਦੀ ਦੂਰੀ ਤੇ। ਭਾਰਤ ਤੋਂ ਇਲਾਵਾ ਪਾਕਿਸਤਾਨ ਦੇ ਵੀ ਕਈ ਸ਼ਹਿਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 18 ਜੂਨ ਨੂੰ ਅਫਗਾਨਿਸਤਾਨ ਦੇ ਵਿੱਚ ਜ਼ਬਰਦਸਤ ਭੂਚਾਲ ਆਇਆ ਸੀ ਜਿਹਦੇ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ। ਅਫਗਾਨਿਸਤਾਨ ਅਤੇ ਪਾਕਿਸਤਾਨ ਤੇ ਭਾਰਤ ਦੀ ਦੂਰੀ ਜ਼ਿਆਦਾ ਨਹੀਂ ਹੈ, ਇਸ ਲਈ ਜਾਣਕਾਰ ਇਸ ਨੂੰ ਹਲਕੇ ਦੇ ਵਿੱਚ ਨਹੀਂ ਲੈ ਰਹੇ। ਭਾਰਤ ਦੇ ਵਿੱਚ ਇੱਕ ਵੱਡਾ ਹਵਾਈ ਹਾਦਸਾ ਵਾਪਰਿਆ ਹੈ। ਅਰਬ ਸਾਗਰ ਦੇ ਵਿੱਚ ਪਵਨ ਹੰਸ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਹਦੇ ਵਿੱਚ ONGC ਦੇ 3 ਮੁਲਾਜ਼ਮਾਂ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਹੈਲੀਕਾਪਟਰ ਦੇ ਵਿੱਚ 2 ਪਾਇਲਟਾਂ ਸਣੇ 9 ਲੋਕ ਸਵਾਰ ਸਨ। ਇਹ ਹਾਦਸਾ ਮੁੰਬਈ ਤੱਟ ਤੋਂ ਲਗਭਗ 50 ਨੌਟਿਕਲ ਮੀਲ ਦੂਰ ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਹੋਏ ਵਾਪਰਿਆ। ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਆਪਣੇ ਫਲੋਟਰਾਂ ਦੇ ਸਹਾਰੇ ਕੁਝ ਸਮਾਂ ਸਮੁੰਦਰ ਦੇ ਵਿੱਚ ਖੜਾ ਰਿਹਾ ਜਿਸ ਕਾਰਨ 9 ਜਣਿਆਂ ਨੂੰ ਬਚਾਉਣ ਦੇ ਵਿੱਚ ਮਦਦ ਮਿਲੀ। ਬਚਾਅ ਮੁਹਿੰਮ ਜਲ ਸੈਨਾ ਤੇ ਤੱਟ ਰੱਖਿਅਕਾਂ ਦੇ ਵੱਲੋਂ ਮਿਲ ਕੇ ਚਲਾਈ ਗਈ। ਉਹਨਾਂ ਦੱਸਿਆ ਕਿ ਹੈਲੀਕਾਪਟਰ ਦੇ ਵਿੱਚੋਂ ਬਚਾਏ ਗਏ 4 ਲੋਕ ਬੇਹੋਸ਼ ਸਨ। ਉਹਨਾਂ ਨੂੰ ਜਲ ਸੈਨਾ ਦੇ ਇੱਕ ਹੈਲੀਕਾਪਟਰ ਰਾਹੀਂ ਮੁੰਬਈ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਵੱਡਾ ਹਾਦਸਾ ਮੰਗਲਵਾਰ ਨੂੰ ਵਾਪਰਿਆ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।